ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖ ਸਾਰ। ਐਥੈ ਮਿਲਨ ਵਡਿਆਈਆਂ, ਦਰਗਹਿ ਮੋਖ ਦੁਆਰ। ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖ ਸਾਰ। ਐਥੈ ਮਿਲਨ ਵਡਿਆਈਆਂ, ਦਰਗਹਿ ਮੋਖ ਦੁਆਰ। ਸੱਚੀ ਕਾਰ ਕਮਾਵਣੀ, ਸੱਚ ਪਹਿਨਣ ਸੱਚ ਨਾਮ ਆਧਾਰ। ਸੱਚੀ ਸੰਗਤ ਸੱਚ ਮਿਲੈ, ਸੱਚੈ ਨਾਏ ਪਿਆਰ। ਸੱਚੈ ਸ਼ਬਦ ਹਰਖ ਸਦਾ, ਦਰ ਸੱਚੈ ਸਚਿਆਰ। ਨਾਨਕ ਸਤਿਗੁਰ ਕੀ ਸੇਵਾ ਸੋ ਕਰੈ, ਜਿਸਨੂੰ ਨਦਰ ਕਰੈ ਕਰਤਾਰ। ਸੱਚੈ ਸ਼ਬਦ ਹਰਖ ਸਦਾ, ਦਰ ਸੱਚੈ ਸਚਿਆਰ। ਨਾਨਕ ਸਤਿਗੁਰ ਕੀ ਸੇਵਾ ਸੋ ਕਰੈ, ਜਿਸਨੂੰ ਨਦਰ ਕਰੈ ਕਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ, ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ, ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਮਹਾਰਾਜ ਸਾਡੇ ਤੇ ਰਹਿਮਤ ਕਰਦੇ ਨੇ, ਹਰ ਰੋਜ਼ ਸਾਨੂੰ ਸਬਕ ਬਖਸ਼ਿਸ਼ ਕਰ ਦਿੰਦੇ ਨੇ, ਉਪਦੇਸ਼ ਦਿੰਦੇ ਨੇ। ਅਸਾਂ ਦਾ ਫਿਰ ਅੱਗੇ ਧਰਮ ਬਣਦਾ ਹੈ ਕਿ ਅਸੀਂ ਮਹਾਰਾਜ ਦੇ ਇਸ ਉਪਦੇਸ਼ ਨੂੰ, ਉਸ ਬਖਸ਼ਿਸ਼ ਭਰੇ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।
ਤੇ ਜਿਤਨਾ ਕੁ ਫਿਰ ਸਮਝ ਆ ਜਾਏ ਉਤਨੇ ਕੁ ਤੇ ਪਹਿਰਾ ਦਈਏ, ਆਪਣੇ ਜੀਵਨ 'ਚ ਢਾਲਣ ਦਾ, ਧਾਰਨ ਦਾ ਯਤਨ ਕਰ ਸਕੀਏ। ਮਹਾਰਾਜ ਅੱਜ ਸਾਨੂੰ ਵਿਸ਼ਵਾਸ ਦਿਵਾਉਂਦੇ ਨਾ ਕਿ ਕਰਤਾ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨ ਲਈ ਅਸੀਂ ਸਾਹਿਬ ਦੇ ਦਰ 'ਤੇ ਆਉਂਦੇ ਹਾਂ, ਉਹਨਾਂ ਦਾ ਇੱਕ ਸੁਭਾਅ ਹੈ ਔਖੀ ਘੜੀ ਨਾ ਦੇਖਣ ਦੇ। ਇਹ ਮਹਾਰਾਜ ਜੀ ਦੇ ਸੁਭਾਅ ਦਾ ਇੱਕ ਪਾਸਾ ਹੈ ਕਿ ਉਹ ਆਪਣੇ ਪਿਆਰਿਆਂ ਨੂੰ, ਆਪਣੇ ਸੇਵਕਾਂ ਨੂੰ ਕਦੇ ਵੀ ਔਖਾ ਵਕਤ ਨਹੀਂ ਆਉਣ ਦਿੰਦੇ। ਜਿਸ ਨੂੰ ਅਸੀਂ ਕਈ ਵਾਰ ਕਹਿੰਦੇ ਨੇ, ਲਿਖ ਜੀ ਮੇਰੇ 'ਤੇ ਬੜਾ ਔਖਾ ਵਕਤ ਆਇਆ, ਦਰਅਸਲ ਵਕਤ ਔਖਾ ਨਹੀਂ ਹੁੰਦਾ, ਔਖੇ ਦਾ ਸੌਖਾ ਹੁੰਦਾ ਹੈ। ਜੇ ਸਾਹਿਬ ਕਿਰਪਾ ਨਾ ਕਰੇ ਤੇ ਫਿਰ ਪਤਾ ਨਹੀਂ ਕਿਤਨਾ ਔਖਾ ਹੋ ਜਾਏ। ਇਹ ਤੇ ਉਸਨੇ ਸੌਖਾ ਕੀਤਾ ਹੁੰਦਾ ਹੈ ਤੇ ਸਾਨੂੰ ਇਹ ਵਕਤ ਮਿਲ ਜਾਂਦਾ ਹੈ, ਅਸੀਂ ਹੰਡਾ ਲੈਂਦੇ ਹਾਂ, ਅਸੀਂ ਟਿਕ ਜਾਂਦੇ ਹਾਂ। ਭਾਗਾਂ ਵਾਲੇ ਉਸ ਵਿੱਚ ਆਨੰਦ ਲੈ ਲੈਂਦੇ ਨੇ। ਸਧਾਰਨ ਜੀ ਜੋ ਸਾਡੇ ਵਰਗੇ ਨੇ, ਉਹ ਕਦੇ ਸ਼ੁਕਰਾਨਾ ਕਰ ਲੈਂਦੇ ਨੇ, ਕਦੇ ਉਲਾਮਾ ਦੇ ਦਿੰਦੇ ਨੇ, ਕਦੇ ਰੋ ਲੈਂਦੇ ਨੇ। ਸਾਡੀ ਆਮ ਜੀਆਂ ਦੀ ਬਿਰਤੀ ਤਕਰੀਬਨ ਇਹੋ ਜਿਹੀ ਹੁੰਦੀ ਹੈ, ਥੋੜ੍ਹਾ ਜਿਹਾ ਮਿਲ ਜਾਏ ਤੇ ਸ਼ੁਕਰਾਨਾ ਵੀ ਕਰਦੇ ਹਾਂ, ਮਨ ਭਾਉਂਦਾ ਨਾ ਮਿਲੇ ਤੇ ਉਲਾਮਾ ਵੀ ਦੇ ਦਿੰਦੇ ਹਾਂ, ਕਦੇ ਨਾਰਾਜ਼ ਵੀ ਅਣਜਾਣ ਬੱਚਿਆਂ ਵਾਂਗ ਹੋ ਜਾਂਦੇ ਹਾਂ। ਇਹ ਸਾਡੀ ਮਨੁੱਖੀ ਫਿਤਰਤ ਦਾ ਇੱਕ ਅੰਗ ਹੈ। ਪਰ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਪਿਆਰਿਓ, ਸੱਚੇ ਸਾਹਿਬ ਦਾ ਇਹ ਸੁਭਾਅ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਜੋ ਵੀ ਉਹਨਾਂ ਦੀ ਸ਼ਰਨ ਆ ਜਾਂਦਾ ਹੈ ਉਸ ਨੂੰ ਆਪਣੇ ਗਲ ਲਾ ਲੈਂਦੇ ਨੇ। ਤੇ ਯਤਨ ਕਰੀਏ ਸ਼ਰਨ ਵਿੱਚ ਰਹੀਏ। ਤੇ ਸ਼ਰਨ ਵਿੱਚ ਰਹਿਣ ਵਾਸਤੇ ਕੁਝ ਨਿਯਮ ਤੇ ਹੈਗੇ ਨਾ, ਕਿਉਂਕਿ ਆਜ਼ਾਦੀ ਦੀਆਂ ਵੀ ਤੇ ਕੁਝ ਪਾਬੰਦੀਆਂ ਹੁੰਦੀਆਂ ਨਾ। ਸ਼ਰਨ ਵਿੱਚ ਰਹਿਣ ਦਾ ਵੀ ਕੋਈ ਨਿਯਮ ਹੈ, ਤੇ ਸ਼ਰਨ ਵਿੱਚ ਰਹਿਣ ਦਾ ਸਿਆਣੇ ਕਹਿੰਦੇ ਨਿਯਮ ਇੱਕੋ ਹੀ ਹੈ, ਸਾਹਿਬ ਦੀ ਮਰਜ਼ੀ। ਹੁਣ ਤੇਰੀ ਮਰਜ਼ੀ ਨਹੀਂ, ਜਿਸ ਦੀ ਸ਼ਰਨ ਆ ਗਏ ਹੁਣ ਉਹਦੀ ਮਰਜ਼ੀ। ਤੇ ਉਹਨੇ ਤੇਰੇ ਵਾਸਤੇ ਇੱਕ ਦਾਇਰਾ ਬਣਾ ਦਿੱਤਾ, ਉਸ ਤੋਂ ਬਾਹਰ ਨਹੀਂ ਜਾਣਾ। ਉਸ ਦਾਇਰੇ ਦੇ ਵਿੱਚ ਰਹਾਂਗੇ ਤੇ ਆਨੰਦ ਲਵਾਂਗੇ। ਸਾਡੇ ਵਾਸਤੇ ਵੀ ਦਾਇਰਾ ਹੈਗਾ। ਪੜ੍ਹਿਆ ਹੋਣਾ ਲਾਵਲ ਰਾਗ ਵਿੱਚ ਆਪਾਂ ਪੜ੍ਹਦੇ ਨਾ, ਚੌਗਿਰਦ ਹਮਾਰਾ ਰਾਮਕਾਰ। ਸਾਡੇ ਚਾਰ ਸਫੇਰਨ ਇੱਕ ਦਾਇਰਾ ਖਿੱਚਿਆ ਰਾਮਕਾਰ ਦਾ। ਭਾਵ ਅਸਾਂ ਨੇ ਹਰ ਵਕਤ ਵਾਹਿਗੁਰੂ ਜੀ ਦੀ ਟੇਕ ਵਿੱਚ ਰਹਿਣਾ ਹੈ। ਉਹਦੀ ਦੱਸੀ ਹੋਈ ਗੁਰੂ ਦੀ, ਜੋ ਗੁਰਦੇਵ ਨੇ ਮਰਿਆਦਾ ਦੱਸੀ ਹੈ, ਭਾਈ ਤੁਸਾਂ ਨਿੰਦਾ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਮਾੜੇ ਕਰਮ ਨਹੀਂ ਕਰਨੇ, ਆਪਣੇ ਹੱਕ ਦੀ ਕਮਾਈ ਨੂੰ ਖਾਵਣਾ ਹੈ, ਕਿਸੇ ਦਾ ਨੁਕਸਾਨ ਨਹੀਂ ਕਰਨਾ। ਜਦੋਂ ਅਸੀਂ ਇਸ ਦਾਇਰੇ 'ਚ ਰਹਿੰਦੇ ਹਾਂ ਤੇ ਫਿਰ ਸਾਨੂੰ ਔਖੀ ਘੜੀ ਦੇਖਣ ਨਹੀਂ ਦਿੰਦਾ। ਬਸ ਉਸ ਦਾਇਰੇ ਵਿੱਚ ਟਿਕ ਸਕੀਏ, ਸਾਨੂੰ ਇਹ ਗੱਲਾਂ ਥੋੜ੍ਹੀ ਜਿਹੀ ਸਮਝ ਆ ਜਾਣ। ਜਦੋਂ ਇਹਨਾਂ ਹੀ ਗੱਲਾਂ ਨੂੰ ਸਮਝਣ ਲਈ ਬੈਠਦੇ ਤੇ ਫਿਰ ਆਹ ਲੜੀ ਦੇ ਪਾਵਨ ਬਚਨ ਸਾਡੀ ਮਦਦ ਕਰਦੇ ਨੇ। ਤੇ ਅੱਜ ਮਹਾਰਾਜ ਨੇ ਸਾਨੂੰ ਕਿਹਾ ਨਾ, ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰ। ਪਿਆਰਿਓ, ਸਭ ਤੋਂ ਉੱਤਮ ਸੇਵਾ ਸਤਿਗੁਰੂ ਦੀ ਹੈ। ਦੁਨੀਆ ਦੇ ਲੋਕਾਂ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੇ ਆਪਣੇ ਜੁਗਤਾਂ ਲੱਭੀਆਂ ਨੇ ਸੇਵਾਵਾਂ ਦੀਆਂ। ਕਿਹਦੀ ਸੇਵਾ ਕਰਨੀ ਹੈ, ਕਦੋਂ ਕਰਨੀ ਹੈ, ਤਮਾਮ ਨਿਯਮ ਲੋਕਾਂ ਬਣਾਏ ਹੋਣਗੇ। ਪਰ ਸਾਨੂੰ ਗੁਰੂ ਪਾਤਸ਼ਾਹ ਨੇ ਇੱਕ ਜੁਗਤ ਦਿੱਤੀ ਹੈ ਕਿ ਸਤਿਗੁਰ ਦੀ ਸੇਵਾ ਕਰਿਆ ਕਰ। ਤੇ ਮਹਾਰਾਜ ਸਤਿਗੁਰ ਦੀ ਸੇਵਾ ਕਿਹੜੀ ਹੈ? ਤੇ ਸਤਿਗੁਰ ਦੀ ਸੇਵਾ ਜਿਹੜੀ ਹੈ, ਉਹ ਜੋ ਕੁਝ ਵੀ ਆਪਾਂ ਕਰਦੇ ਆ ਨਾ, ਆਪਾਂ ਸਮਰਪਿਤ ਹੋ ਕੇ ਕਰਿਆ ਕਰੀਏ। ਔਖੀ ਹੈ, ਇਹੀ ਘਾਟੀ ਔਖੀ ਹੈ। ਨਹੀਂ ਤੇ ਕਈ ਵਾਰ ਦੇਖਿਆ ਜਲ ਪਿਲਾਣਾ ਕੋਈ ਔਖਾ ਨਹੀਂ, ਕਈ ਵਾਰ ਵੇਖਿਆ ਤੱਪੜ ਝਾੜ ਵਿਛਾੜਨੇ ਵੀ ਕੋਈ ਬਹੁਤਾ ਔਖਾ ਨਹੀਂ। ਵੀ ਜਿਨ੍ਹਾਂ ਦੇ ਸਰੀਰ ਵਿੱਚ ਤਾਣ ਹੈ, ਆ ਚਾਰ ਦਰੀਆਂ ਤੱਪੜ ਝਾੜ ਕੇ ਵਿਛਾੜ ਦੇਣਗੇ, ਝਾੜੂ ਲਗਾ ਲੈਣਗੇ, ਇਹ ਕੋਈ ਔਖੇ ਨਹੀਂ ਗੇ। ਹੁਣ ਤਾਂ ਬਹੁਤ ਸਾਰੀਆਂ ਸੇਵਾਵਾਂ ਬਿਜਲੀ ਨੇ ਲੈ ਲਈਆਂ, ਪਰ ਠੀਕ ਹੈ, ਜਿਨ੍ਹਾਂ ਕੋਲ ਧਨ ਹੈ ਉਹ ਫਿਰ ਵੀ ਪ੍ਰਬੰਧ ਕਰਦੇ ਨੇ। ਪਰ ਔਖਾ ਇਹ ਹੈ ਕਿ ਜੋ ਕੁਛ ਵੀ ਕਰਦੇ ਹੋ ਉਹ ਸਤਿਗੁਰੂ ਨੂੰ ਸਮਰਪਿਤ ਹੈ। ਸਤਿਗੁਰ ਦੇ ਨਾਂ 'ਤੇ ਜਦੋਂ ਤੁਰ ਪੈਂਦੇ ਹਾਂ
ਤੇ ਉਦੋਂ ਕੀ ਕੁਝ ਰਸਤੇ 'ਚ ਅਸੀਂ ਆਪਣੀ ਮੈਂ ਲੈ ਕੇ ਚੱਲਦੇ ਹਾਂ, ਮੇਰਾ ਇੱਜ਼ਤ, ਮੇਰਾ ਮਾਣ ਸਨਮਾਨ, ਤੁਸੀਂ ਮੈਨੂੰ ਕਿਸ ਨਜ਼ਰ ਨਾਲ ਦੇਖਦੇ ਹੋ, ਇਹ ਲੈ ਕੇ ਚੱਲਦੇ ਹਾਂ। ਇਹੀ ਸਾਡੀ ਰੁਕਾਵਟ ਪੈਦਾ ਕਰਦਾ ਹੈ। ਔਰ ਜੇ ਸਮਰਪਿਤ ਹੋ ਜਾਈਏ ਤੇ ਹੀ ਇੱਜ਼ਤ ਬਣਾ ਦਿੰਦਾ ਹੈ, ਸੁੱਖ ਦਿੰਦਾ ਹੈ। ਸ਼ਾਇਦ ਇਸੇ ਕਰਕੇ ਮਹਾਂਪੁਰਖਾਂ ਕੀ, ਗੁਰਮੁਖਾਂ ਕੀ ਸੇਵਾ ਨੂੰ ਬਿਖਮਕਾਰ ਵੀ ਕਿਹਾ ਗਿਆ, ਸਤਿਗੁਰ ਕੀ ਸੇਵਾ ਨੂੰ ਔਖੀ ਸੇਵਾ ਵੀ ਕਿਹਾ ਗਿਆ। ਤੇ ਜਾਂ ਇੰਝ ਕਹਿ ਲਈਏ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਾ ਸੰਭਲ ਭੰਨੇ। ਹੁਣ ਸਤਿਗੁਰ ਸੇਵਾ ਕੀ ਹੈ? ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਇਹ ਚਾਲ ਨਿਰਾਲੀ ਗੁਰਮੁਖਾ, ਇਹੀ ਗੁਰਮੁਖਾਂ ਦੀ ਸਭ ਤੋਂ ਵੱਖਰੀ ਨਿਰਾਲੀ ਚਾਲ ਹੈ ਕਿ ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕਰਨੇ। ਜੋ ਵੀ ਉਪਦੇਸ਼ ਸਤਿਗੁਰੂ ਦਾ ਹੈ ਉਸ ਨੂੰ ਕੰਨ ਲਾ ਕੇ ਸੁਣੀਏ। ਕੰਨ ਲਾ ਕੇ ਸੁਣਨ ਦਾ ਮਤਲਬ ਹੁੰਦਾ ਧਿਆਨ ਦੇ ਨਾਲ ਸੁਣੀਏ। ਅਸੀਂ ਜੋ ਵੀ ਉਪਦੇਸ਼ ਹੈ, ਜਿਵੇਂ ਅੱਜ ਹੀ ਉਪਦੇਸ਼ ਹੈ ਕਿ ਗੁਰੂ ਕਾ ਸੁਭਾਅ ਹੈ, ਉਹ ਆਪਣੇ ਪਿਆਰਿਆਂ ਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ। ਪਰ ਅਗਲੀਆਂ ਤੁਕਾਂ ਹੋਰ ਵੀ ਤਾਂ ਹੈਗੀਆਂ ਨਾ, ਕਿ ਮਹਾਰਾਜ ਕਹਿੰਦੇ ਭਾਈ ਸਿਮਰਨ ਤੇ ਕਰਿਆ ਕਰੋ ਨਾ। ਫਿਰ ਜੇ ਮਹਾਰਾਜ ਦਾ ਕਰਤਾ ਪੁਰਖ ਵਾਹਿਗੁਰੂ ਜੀ ਦਾ ਬਿਰਧ ਹੈ ਕਿ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਤਪਾਲੇ। ਤੇ ਫਿਰ ਸਾਡਾ ਕੰਮ ਹੈ ਨਾ, ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ। ਹੁਣ ਇਹ ਸਾਡੇ ਹਿੱਸੇ ਦੀ ਕੰਮ ਹੈ। ਮਹਾਰਾਜ ਨੇ ਤੇ ਆਪਣੇ ਗੱਲ ਦੱਸ ਦਿੱਤੀ ਕਿ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ। ਹੁਣ ਇਹ ਅਸਾਂ ਵੇਖਣਾ ਕਿ ਸਾਡਾ ਚਿੱਤ ਵੀ ਪ੍ਰਭ ਸਿਉ ਲਾਗ ਰਹੇ ਹੋ ਕਿ ਨਹੀਂ। ਤੇ ਜਦੋਂ ਆਪਣੇ ਆਪਣੇ ਚਿੱਤ ਵੱਲ ਝਾਤ ਪਾਵਾਂਗੇ ਤੇ ਪਤਾ ਲੱਗੇਗਾ ਸਤਿਗੁਰ ਸਿਉ ਪੂਰੀ ਤਰ੍ਹਾਂ ਨਹੀਂ ਲਾਗ ਰਹੇ ਹੋ। ਅੱਜ ਇਸ ਸੰਸਾਰ ਦੇ ਵਿਕਾਰਾਂ ਵਿੱਚ ਵੀ ਹੈ, ਰਸਾਂ ਕਸਾਂ ਵਿੱਚ ਵੀ ਹੈ। ਸਾਨੂੰ ਨਿੰਦਾ ਵੀ ਚੰਗੀ ਲੱਗਦੀ ਹੈ, ਚੁਗਲੀਆਂ ਕਰਨੀਆਂ ਵੀ ਚੰਗਾ ਲੱਗਦਾ ਹੈ। ਔਰ ਗਾਹੇ ਬਗਾਹੇ ਅਸੀਂ ਇੱਕ ਦੂਜੇ ਦੀਆਂ ਚੁਗਲੀਆਂ ਵੀ ਕਰ ਲੈਂਦੇ ਹਾਂ, ਨਿੰਦਾ ਵੀ ਕਰ ਲੈਂਦੇ ਹਾਂ, ਕਿਸੇ ਦੀ ਬੁਰਾਈ ਵੀ ਕਰ ਦਿੰਦੇ ਹਾਂ। ਔਰ ਇਹੀ ਸਤਿਗੁਰ ਸਿਉ ਚਿੱਤ ਨਹੀਂ ਲੱਗਣ ਦਿੰਦੀਆਂ। ਖਾਣ ਪੀਣ ਪਹਿਨਣ ਉੜਨ ਦੇ ਰਸਾਂ ਕਸਾਂ 'ਚ ਅਸੀਂ ਇੰਨੇ ਖਚਤ ਹਾਂ ਕਿ ਸਾਨੂੰ ਗੁਰੂ ਭੁੱਲ ਜਾਂਦਾ ਹੈ। ਅਤੇ ਪ੍ਰਭ ਸਿਉ ਲਾਗ ਰਹੇ ਹੋ ਚੀਤ ਦੀ ਇੱਕ ਨਿਸ਼ਾਨੀ ਸ਼੍ਰੀ ਸੁਖਮਨੀ ਸਾਹਿਬ ਵਾਲੇ ਦੱਸਦੇ ਨਾ ਕਿ ਜਦੋਂ ਵੀ ਕੁਛ ਮਿਲੇ ਅਤੇ ਸਤਿਗੁਰੂ ਦਾ ਚੇਤਾ ਆ ਜਾਏ। ਬਸ ਆਪਣੇ ਆਪ ਨੂੰ ਇੰਨਾ ਕੁ ਦੇਖ ਲਈਏ ਕਿ ਜਦੋਂ ਵੀ ਸਾਨੂੰ ਕੁਛ ਨਵਾਂ ਮਿਲਦਾ ਹੈ ਜਾਂ ਚੰਗਾ ਮਿਲਦਾ ਹੈ, ਉਦੋਂ ਸਾਨੂੰ ਚੇਤਾ ਕਿਸ ਦਾ ਆਉਂਦਾ ਹੈ? ਅਤੇ ਅਸੀਂ ਕਹਾਂਗੇ ਜਿਹਨੇ ਦਿੱਤਾ ਉਹਦਾ ਚੇਤਾ ਆਉਂਦਾ ਹੈ। ਬਿਲਕੁਲ ਠੀਕ ਤਰੀਕਾ ਹੈ। ਜਿਸ ਨੇ ਦਿੱਤਾ ਹੁੰਦਾ ਹੈ ਉਸ ਦਾ ਚੇਤਾ ਕਰਨਾ ਇਹ ਸ਼ੁਕਰਾਨੇ ਦਾ ਪਹਿਲਾ ਪੱਧਰ ਹੈ। ਅਗਰ ਮਾਤਾ ਪਿਤਾ ਵੱਲੋਂ ਮਿਲਿਆ ਤਾਂ ਉਹਨਾਂ ਦਾ ਵੀ ਸ਼ੁਕਰਾਨਾ ਬਣਦਾ। ਕਿਸੇ ਭੈਣ ਭਰਾ ਵੱਲੋਂ ਤੋਹਫਾ ਮਿਲਿਆ ਤਾਂ ਉਹਦਾ ਚੇਤਾ ਆਉਂਦਾ। ਪਰ ਹੋਰ ਵੱਡਾ ਚੇਤਾ ਕਿਹਦਾ ਆਉਂਦਾ ਹੈ? ਕਿ ਇਹ ਚੇਤਾ ਆਉਂਦਾ ਕਿ ਸਾਹਿਬ ਜੀ ਤੁਹਾਡੀ ਕਿਰਪਾ ਹੋਈ ਤਾਂ ਇਹ ਪਦਾਰਥ, ਇਹ ਵਸਤੂ ਮੈਨੂੰ ਮਿਲੀ। ਸਾਨੂੰ ਇਹ ਚੇਤਾ ਨਹੀਂ ਆਉਂਦਾ। ਸਾਨੂੰ ਇਹ ਚੇਤਾ ਆਉਂਦਾ ਕਿ ਮੇਰੀ ਮੰਗ ਸੀ, ਮੇਰੀ ਇੱਛਾ ਸੀ, ਮੇਰੀ ਬੜੇ ਚਿਰਾਂ ਤੋਂ ਡਿਜ਼ਾਇਰ ਸੀ, ਮੈਨੂੰ ਚਾਹਤ ਸੀ, ਮੈਨੂੰ ਆਹ ਚੀਜ਼ ਮਿਲੇ, ਮਿਲ ਗਈ, ਚੰਗਾ ਲੱਗਦਾ ਹੈ। ਪਰ ਉੱਥੋਂ ਇਹ ਗੱਲ ਨਿਕਲ ਜਾਂਦੀ ਕਿ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ 'ਤੇ ਮਿਲੀ ਹੈ। ਬਸ ਜਿਨ੍ਹਾਂ ਨੂੰ ਇਹ ਚੇਤਾ ਆ ਜਾਏ ਸਮਝ ਲਓ ਉਹਨਾਂ ਦਾ ਚਿੱਤ ਪ੍ਰਭੂ ਨਾਲ ਲੱਗਾ ਹੈ। ਔਰ ਇਹ ਅਸਾਂ ਆਪਣਾ ਆਪਣਾ ਦੇਖਣਾ ਹੈ, ਕਿਉਂਕਿ ਨਾ ਮੈਂ ਤੁਹਾਡੇ ਬਾਰੇ ਕਹਿ ਸਕਦਾ ਅਤੇ ਨਾ ਤੁਸੀਂ ਚਿੱਤ ਕਰਕੇ ਮੇਰੇ ਬਾਰੇ ਕਹਿ ਸਕਦੇ ਹੋ। ਸਾਡਾ ਚਿੱਤ ਦਾ ਮੰਡਲ ਤੇ ਆਪੋ ਆਪਣਾ, ਔਰ ਉਹਦੀ ਪਹਿਚਾਣ ਵੀ ਸਾਨੂੰ ਆਪਣੇ ਆਪ ਨੂੰ ਆਪ ਹੀ ਹੈ। ਬਸ ਇਤਨਾ ਕੁ ਹੈ, ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕਉ ਰਖ ਮਨ ਮਾਹੇ। ਜੇ 36 ਪਦਾਰਥ ਵਿਅੰਜਨ ਮਿਲਦੇ ਨੇ, ਭੋਜਨ ਪਦਾਰਥ, ਘਰ ਪਰਿਵਾਰ ਚੰਗਾ ਮਿਲੇ, ਧੀਆਂ ਪੁੱਤਰ ਭੈਣ ਭਰਾ ਚੰਗੇ ਨੇ, ਅਤੇ ਸ਼ੁਕਰ ਕਰਿਆ ਕਿ ਸੱਚੇ ਪਾਤਸ਼ਾਹ ਸੋਹਣਾ ਬਣਾ ਕੇ ਦਿੱਤਾ ਹੈ। ਬਸ ਇਹੀ ਚਿੱਤ ਲੱਗਣ ਦੀ ਇੱਕ ਪਹਿਲੀ। ਹੋਰ ਕੋਈ ਚਿੱਤ ਕੋਈ ਰਬੜ ਵਾਂਗ ਥੋੜ੍ਹਾ ਲੱਗਣਾ ਹੈ। ਇਹ ਚਿੱਤ ਭਾਵਨਾ ਕਰਕੇ ਲੱਗਦਾ ਹੈ। ਸਾਨੂੰ ਹੁਕਮ ਹੈ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਸਾਨੂੰ ਹੁਕਮ ਹੈ। ਇਸ ਕਰਕੇ ਅੱਜ ਕਹਿਣ ਲੱਗੇ ਭਾਈ ਕੰਮ ਕਰਿਓ ਕਿ ਸਤਿਗੁਰ ਕੀ ਸੇਵਾ ਚਾਕਰੀ ਜਿਹੜੀ ਹੈ ਨਾ, ਸਤਿਗੁਰ ਕੀ ਸੇਵਾ, ਅਤੇ ਚਾਕਰੀ ਦਾ ਆਖਰੀ ਅਰਥ ਹੁੰਦਾ ਨੌਕਰੀ।
ਸੇਵਾ ਚਾਕਰੀ ਦਾ ਮਤਲਬ ਆਪਣੇ ਆਪ ਨੂੰ ਨੌਕਰ ਵਾਂਗ ਸਮਰਪਿਤ ਕਰਕੇ ਸੇਵਾ ਕਰਨਾ। ਆਪਣੇ ਆਪ ਨੂੰ ਕਿਤੇ ਅਹੁਦੇਦਾਰ ਬਣ ਕੇ ਸੇਵਾ ਨਹੀਂ ਕਰਨਾ। ਸਾਡੇ 'ਚ ਬਹੁਤ ਸਾਰੇ ਜੀਅ ਆ ਜੋ ਅਸੀਂ ਅਹੁਦੇਦਾਰ ਬਣ ਕੇ ਸੇਵਾ ਕਰਦੇ ਹਾਂ, ਲੜਦੇ ਹਾਂ ਅਹੁਦੇ ਵਾਸਤੇ ਅਤੇ ਕਹਿੰਦੇ ਹਾਂ ਕਿ ਜੀ ਮਹਾਰਾਜ ਨੇ ਸੇਵਾ ਦਿੱਤੀ। ਲੜਦੇ ਹਾਂ ਆਪਣੇ ਆਪ ਇੱਕ ਦੂਜੇ ਦੇ ਨਾਲ ਅਤੇ ਕਹਿੰਦੇ ਕਿ ਅਸੀਂ ਤਾਂ ਸੇਵਾ ਕਰਨੀ ਆ, ਅਸੀਂ ਤਾਂ ਸੇਵਾ ਕਰਨ ਲਈ ਆਏ ਹਾਂ। ਉਹ ਭਾਈ ਸੇਵਾ ਨਹੀਂ ਹੈ, ਇਹ ਅਹੁਦਿਆਂ ਦਾ ਸੰਘਰਸ਼ ਹੈ। ਇਹ ਆਪਣੀ ਹੋਂਦ ਅਤੇ ਆਪਣੀ ਹਉਮੈ ਦਾ ਪ੍ਰਗਟਾਵਾ ਹੈ। ਜਿਸ ਨੇ ਸਤਿਗੁਰ ਦੀ ਸੇਵਾ ਕਰਨੀ ਹੈ ਉਹਨੂੰ ਅਹੁਦਿਆਂ ਦੀ ਤਮੰਨਾ ਨਹੀਂ ਹੈ, ਅਤੇ ਜੇ ਅਹੁਦਿਆਂ ਦੀ ਇੱਛਾ ਹੈ ਤਾਂ ਸੇਵਾ ਨਹੀਂ ਹੈ। ਇਹ ਦੋ ਗੱਲਾਂ ਤਾਂ ਬੜੀਆਂ ਸਪਸ਼ਟ ਨੇ ਗੁਰੂ ਸਾਹਿਬ ਦੇ ਘਰ ਵਿੱਚ। ਜਿਨ੍ਹਾਂ ਨੂੰ ਅਹੁਦਿਆਂ ਦੀ ਚਾਹਤ ਹੈ ਉਹ ਸੇਵਾ ਨਹੀਂ ਹੈ, ਅਤੇ ਜਿੱਥੇ ਸੇਵਾ ਹੋਏਗੀ ਫਿਰ ਅਹੁਦਿਆਂ ਦੀ ਚਾਹਤ ਨਹੀਂ ਹੋਏਗੀ। ਆਪਣੇ ਘਰ ਵੇਖਿਆ ਨਾ, ਨਵਾਬੀ ਦਾ ਖਿਤਾਬ ਆਇਆ ਹੈ। ਵਕਤ ਦੀ ਸਲਤਨਤ ਨੇ ਸਿੱਖ ਸਮਾਜ ਨੂੰ ਪਹਿਲੀ ਵਾਰ ਖਾਲਸਾ ਪੰਥ ਨੂੰ ਨਵਾਬੀ ਦੀ ਖਿਲਤ ਭੇਜੀ ਹੈ ਅਤੇ ਲਿਆ ਕੇ ਰਖਵਾਈ ਹੈ। ਔਰ ਲੈ ਕੇ ਆਉਣ ਵਾਲਾ ਵੀ ਸਿੰਘ ਸਰੂਪ ਹੈ ਭਾਈ ਸ਼ਬੇਗ ਸਿੰਘ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਵਿਹੜੇ 'ਚ ਸਿੱਖਾਂ ਦੀ ਖਾਲਸਾ ਪੰਥ ਦਾ ਖਾਲਸਾ ਰਾਜ, ਅਸੀਂ ਕਹੀਏ ਖਾਲਸਾ ਪੰਚਾਇਤ ਬੈਠੀ ਹੈ, ਖਾਲਸਾ ਦਰਬਾਰ ਸਜਿਆ। ਉਹਨੇ ਆ ਕੇ ਦੱਸਿਆ ਜੀ ਆ ਜੋ ਮੇਰੇ ਤੋਂ ਸਾਮਾਨ ਹੈ ਨਾ ਇਹ ਨਵਾਬੀ ਦੀ ਖਿਲਤ ਹੈ। ਕਹਿਣ ਲੱਗੇ ਅੱਛਾ ਫਿਰ ਜੋੜਿਆਂ 'ਚ ਰੱਖ ਦੇ। ਨਵਾਬੀ ਦੀ ਖਿਲਤ ਨੂੰ ਰੱਖਿਆ ਕਿੱਥੇ? ਜੋੜਿਆਂ ਦੇ ਵਿੱਚ ਰੱਖ ਦੇ। ਇੱਕ ਜਥੇਦਾਰ, ਇੱਕ ਆਗੂ ਚੰਗੇ ਵਧੀਆ ਕਹਿੰਦੇ ਕਹਾਂਦੇ ਸੂਰਮੇ, ਇਹਨੂੰ ਜਥੇਦਾਰ ਬਣਾ ਦਿਓ, ਇਹਨੂੰ ਨਵਾਬ ਬਣਾ ਦਿਓ, ਦੂਜਾ ਕਹਿੰਦਾ ਇਹਨੂੰ ਬਣਾ ਦਿਓ, ਤੀਜਾ ਕਹਿੰਦਾ ਇਹਨੂੰ ਬਣਾ ਦਿਓ। ਸਾਰੇ ਹੱਥ ਖੜੇ ਹੋਏ ਨੇ। ਜਦੋਂ ਹੱਥ ਖੜੇ ਹੋਏ ਤੇ ਕਹਿਣ ਲੱਗੇ ਨਾ ਭਾਈ ਇੱਦਾਂ ਨਹੀਂ। ਫਿਰ ਮਹਾਰਾਜ ਕਾ ਮੁਖਵਾਕ, ਮਹਾਰਾਜ ਕਾ ਬਚਨ ਸੁਣਦੇ ਆ ਅਤੇ ਕਹਿੰਦੇ ਨੇ ਉਦੋਂ ਨੇੜੇ ਅਕਾਲ ਤਖ਼ਤ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਚੱਲਦੇ ਸਨ। ਪਾਠੀ ਨੇ ਉੱਚੀ ਪਾਠ ਕੀਤਾ, ਸੇਵਕ ਕਉ ਸੇਵਾ ਬਨਿਆਈ। ਬਸ ਇਹ ਤੁਕ ਨੂੰ ਨਾ ਮੰਨਿਆ ਵੀ ਜਦੋਂ ਫੈਸਲਾ ਕੀਤਾ ਵੀ ਜੋ ਗੁਰੂ ਕਹਿਣਗੇ ਉਹ ਆਪਾਂ ਮੰਨਾਂਗੇ, ਅਤੇ ਉਸੇ ਪਲ ਫਿਜ਼ਾਂ 'ਚ ਆ ਤੁਕਾਂ ਗੂੰਜ ਰਹੀਆਂ ਸਨ, ਸੇਵਕ ਕੋ ਸੇਵਾ ਬਨਿਆਈ। ਕਹਿ ਲਗੇ ਬਸ ਇਹ ਜਥੇਦਾਰਾਂ ਵਾਸਤੇ ਨਹੀਂ ਹੈ, ਇਹ ਸੇਵਾਦਾਰ ਵਾਸਤੇ। ਸੇਵਕ ਕੌਣ ਹੈ? ਹੁਣ ਦੇਖੋ ਬਈ ਸੇਵਾ ਇਸ ਵਕਤ ਕੌਣ ਕਰ ਰਿਹਾ ਹੈ। ਉਸ ਵਕਤ ਵੇਖਿਆ ਸੱਜੇ ਖੱਬੇ ਕੌਣ ਸੇਵਾ ਕਰਦਾ ਪਿਆ। ਦੇਖਿਆ ਇੱਕ ਨੌਜਵਾਨ ਹੈ ਜੋ ਉਸ ਵਕਤ ਦਲ ਖਾਲਸੇ ਦੇ ਘੋੜਿਆਂ ਦੀ ਲਿੱਦ ਸਾਂਭ ਰਿਹਾ ਹੈ ਵੀ ਇਲਾਕੇ 'ਚ ਇੱਥੇ ਵਿਹੜਾ, ਕਿਉਂਕਿ ਪਾਤਸ਼ਾਹਾਂ ਦਾ ਵਿਹੜਾ ਹੈ, ਇੱਥੇ ਖਾਲਸਾ ਦਲ ਘੋੜਿਆਂ ਸਮੇਤ ਆਇਆ ਅਤੇ ਪਸ਼ੂਆਂ ਨੇ ਲਿੱਦ ਕੀਤੀ ਹੈ। ਉਸ ਵਾਕੇ ਸਿੱਟ ਰਿਹਾ ਹੈ। ਕਹਿਣ ਲੱਗੇ ਬਸ ਸੇਵਾ ਇਸ ਕਰ ਰਿਹਾ ਹੈ, ਇਸ ਵਾਸਤੇ ਸੇਵਾ ਹੈ। ਉਹ ਅੱਗੇ ਜਾ ਕੇ ਸਾਡਾ ਨਵਾਬ ਬਣਦਾ, ਪਹਿਲਾ ਨਵਾਬ, ਜਿਸ ਨੂੰ ਅਸੀਂ ਕਪੂਰ ਸਿੰਘ ਜੀ ਦੇ ਨਾਮ ਨਾਲ ਜਾਣਦੇ ਹਾਂ, ਨਵਾਬ ਕਪੂਰ ਸਿੰਘ। ਸੇਵਾ ਕਰਦੇ ਹੋਏ ਇਹਨੂੰ ਸੇਵਾ ਮਿਲਦੀ ਹੈ। ਔਰ ਸ਼ਾਇਦ ਆਪ ਨੂੰ ਪਤਾ ਹੈ ਉਸ ਵਿਅਕਤੀਤਵ ਨੇ, ਉਸ ਪਰਸਨੈਲਿਟੀ ਨੇ ਬਚਨ ਕੀ ਕੀਤਾ ਸੀ ਵੀ ਖਿਲਤ ਮਿਲ ਗਈ, ਖਾਲਸੇ ਦਾ ਪੰਥ ਦਾ ਹੁਕਮ ਹੈ ਸਿਰ ਮੱਥੇ 'ਤੇ, ਪਰ ਇੱਕ ਬੇਨਤੀ ਹੈ ਆ ਜਿਸ ਕਰਕੇ ਮਿਲੀਏ ਇਹ ਨਾ ਲੈ ਲਿਓ। ਉਹਨਾਂ ਪੁੱਛਿਆ ਕੀ? ਕਹਿਣ ਲੱਗਿਆ ਜੋ ਜਦੋਂ ਦਲ ਖਾਲਸਾ ਬੈਠਦਾ ਹੈ ਅਤੇ ਘੋੜਿਆਂ ਦੀ ਲਿੱਦ ਸਿੱਟਣ ਦੀ ਸੇਵਾ ਨਾ ਲੈ ਲਿਓ, ਇਹ ਰਹਿਣ ਦੇ। ਅੱਜ ਇਹ ਸੇਵਾ ਕਰਕੇ ਮਿਲੇ। ਅਤੇ ਅੱਜ ਅਸੀਂ ਕਿੱਥੇ ਖੜ੍ਹੇ ਹਾਂ? ਅਸੀਂ ਮਾਲਕ ਬਣ ਬੈਠਦੇ ਹਾਂ। ਅਤੇ ਚੇਤਾ ਰੱਖਣਾ ਮਾਲਕ ਕਈ ਆਏ ਅਤੇ ਕਈ ਚਲੇ ਗਏ। ਇੱਥੇ ਮਲਕੀਅਤ ਨਹੀਂ, ਇੱਥੇ ਤੇ ਸੇਵਕ ਦਾ ਭਾਵ ਹੈ। ਇੱਥੇ ਤੇ ਸੇਵਾ, ਸਤਿਗੁਰ ਕੀ ਸੇਵਾ ਕਿਵੇਂ ਕਰੀ? ਕਹਿਣਗੇ ਚਾਕਰੀ ਕਰ। ਸਤਿਗੁਰ ਕੀ ਸੇਵਾ ਕਰਨੀ ਹੈ ਅਤੇ ਚਾਕਰੀ ਕਰਨੀ ਹੈ। ਅਤੇ ਚਾਕਰ ਅਸੀਂ ਸ਼ਬਦ ਵਰਤਦੇ ਹੁੰਦੇ ਨੌਕਰ ਚਾਕਰ। ਨੌਕਰੀ ਅਤੇ ਚਾਕਰੀ 'ਚ ਭੇਤ ਹੁੰਦਾ ਹੈ। ਨੌਕਰੀ ਮਨੁੱਖ ਮਾਨਸਿਕ ਤੌਰ 'ਤੇ ਕਰਦਾ ਹੈ ਅਤੇ ਚਾਕਰੀ ਸਰੀਰਕ ਤੌਰ 'ਤੇ ਕਰਦਾ ਹੈ। ਅਸ ਘਰਾਂ ਦੇ ਸੇਵਾਦਾਰ ਚਾਕਰ ਕਹਿਲਾਉਂਦੇ ਨੇ। ਉਹ ਹੱਥੀਂ ਕੰਮ ਕਰਦੇ ਨੇ, ਮਸ਼ੱਕਤਾਂ ਕਰਦੇ ਨੇ। ਸਤਿਗੁਰ ਦੇ ਦਰ ਦੀ ਸੇਵਾ ਵੀ ਇਸੇ ਤਰ੍ਹਾਂ ਕਰੀਏ। ਫਿਰ ਆਪਣੇ ਆਪ ਨੂੰ ਸਤਿਗੁਰ ਦਾ ਸੇਵਕ ਕਹੀਏ। ਸੇਵਕ ਦਾ ਮਤਲਬ ਇਹ ਨਹੀਂ ਕਿ ਅਸੀਂ ਸਰੂਪੇ ਗਲ 'ਚ ਪਾ ਕੇ ਬੈਠੀਏ। ਸਤਿਗੁਰ ਦੇ ਸੇਵਕ ਦਾ ਮਤਲਬ ਹੈ ਹੱਥ ਕਾਰ ਵੱਲ ਹੋਣਾ। ਫਿਰ ਕੀ ਮਿਲਦਾ ਹੈ? ਮਹਾਰਾਜ ਕਹਿਣਗੇ ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖ ਸਾਰ। ਇਹ ਸੁਖ ਦਾ ਖਜ਼ਾਨਾ ਹੈ, ਇਹ ਸੁਖ ਦੀ ਚਾਬੀ ਹੈ। ਅਸੀਂ ਤਲਾਸ਼ਦੇ ਹਾਂ ਮੈਨੂੰ ਆਹ ਸੁੱਖ ਮਿਲ ਜਾਏ, ਮੈਨੂੰ ਆਹ ਸੁੱਖ ਮਿਲ ਜਾਏ, ਪਰ ਇਹ ਸੁੱਖ ਦੀਆਂ ਚਾਬੀਆਂ
ਸਤਿਗੁਰੂ ਨੇ ਸੰਗਤ ਦੀ ਸੇਵਾ 'ਚ ਰੱਖ ਦਿੱਤੀਆਂ ਨੇ। ਸੇਵਾ ਕਰਦਿਆਂ ਹੋਇਆਂ ਜਿੰਨੀ ਧੂੜ ਮਿੱਟੀ ਸਰੀਰ 'ਤੇ ਪੈਂਦੀ ਹੈ ਨਾ, ਸਮਝ ਲਓ ਓਨਾ ਹੀ ਵੱਧ ਮਿਲਦਾ ਹੈ। ਅਸੀਂ ਪੁਰਾਣੀ ਗਾਥਾ ਸੁਣੀ ਹੈ, ਆਪ ਨੂੰ ਤੇ ਮੇਰੇ ਤੋਂ ਜ਼ਿਆਦਾ ਪਤਾ ਸਾਖੀ ਇਤਿਹਾਸ ਗੁਰਪੁਰਬ ਦਰਸ਼ਨ ਦਾ। ਜਦੋਂ ਪਹਿਲੀ ਵਾਰ ਭਾਈ ਲਹਿਣਾ ਜੀ ਮੱਥਾ ਟੇਕਣ ਤੋਂ ਬਾਅਦ ਆਪਣੇ ਘਰੋਂ ਤਿਆਰ ਹੋ ਕੇ ਆਏ ਨੇ ਬਤੌਰ ਸਿੱਖ, ਸੋਹਣਾ ਲਿਬਾਸ ਪਾਇਓ ਨੇ, ਜਵਾਨ ਉਮਰ ਹੈ, ਸਿਰ 'ਤੇ ਪੰਡ ਚੁੱਕ ਕੇ ਲਿਆਏ ਸਨ ਗੁਰੂ ਕੇ ਲੰਗਰਾਂ ਵਾਸਤੇ ਰਾਸ਼ਨ ਦੀ, ਕੁਝ ਲੂਣ ਆਦਿਕ। ਆ ਕੇ ਪੁੱਛਿਆ ਮਾਤਾ ਸੁਲੱਖਣੀ ਜੀ ਨੂੰ, ਮੇਰੇ ਗੁਰੂਦੇਵ ਕਿੱਥੇ ਨੇ, ਦਰਸ਼ਨ ਕਰਨੇ ਨੇ। ਅਤੇ ਮਾਤਾ ਜੀ ਨੇ ਸੁਭਾਵਿਕ ਕਹਿਤਾ ਵੀ ਉਹ ਖੇਤਾਂ 'ਚ ਕੰਮ ਕਰਦੇ ਪਏ ਨੇ। ਪੁੱਛਿਆ ਕਿਸ ਪਾਸੇ ਨੇ, ਮਾਤਾ ਨੇ ਉਹ ਪਾਸਾ ਦੱਸਤਾ, ਰਾਹ ਦੱਸਤਾ। ਉੱਥੇ ਪਹੁੰਚ ਗਏ ਨੇ, ਜਾ ਕੇ ਨਦੀਨ ਪੁੱਟਦੇ ਦੇਖਿਆ ਗੁਰੂ ਨਾਨਕ ਜੀ ਨੂੰ। ਨਦੀਨ ਪੁੱਟਦੇ ਨੇ, ਨਾਲ ਲੱਗਦੇ ਨੇ। ਹੁਣ ਨਦੀਨ ਦੀ ਪੰਡ ਤਿਆਰ ਹੋ ਗਈ ਹੈ, ਅਤੇ ਸਭ ਨੂੰ ਪਤਾ ਵਡੇਰਿਆਂ ਨੂੰ ਕਿ ਜੋ ਖੇਤਾਂ 'ਚੋਂ ਝੋਨੇ 'ਚੋਂ ਖਾਸ ਕਰਕੇ ਨਦੀਨ ਪੁੱਟੀਦਾ ਉਹ ਪਸ਼ੂਆਂ ਦੇ ਕੰਮ ਆ ਜਾਂਦਾ, ਪਸ਼ੂ ਖਾ ਲੈਂਦੇ ਨੇ। ਉਹ ਨਦੀਨ ਦੀ ਪੰਡ ਬੰਨ੍ਹ ਕੇ ਨਾਨਕ ਸਤਿਗੁਰੂ ਨੇ ਤਿਆਰ ਕੀਤੀ। ਅਤੇ ਹੁਣ ਮਹਾਰਾਜ ਚੁੱਕਣ 'ਤੇ ਨਹੀਂ ਨਾ ਛੱਬਾ ਦਿੰਦਾ, ਸੇਵਕ ਨੇ ਸਿਰ ਲਾਤਾ, ਨਹੀਂ ਮਹਾਰਾਜ ਮੈਂ ਚੁੱਕਾਂਗਾ। ਮਹਾਰਾਜ ਨੇ ਖੁਸ਼ੀ ਖੁਸ਼ੀ ਚੁਕਾ ਦਿੱਤੀ। ਅਤੇ ਉਸ ਨਦੀਨ ਵਿੱਚੋਂ ਕਿ ਪਾਣੀ ਦਾ ਅੰਸ਼ ਹੁੰਦਾ ਅਤੇ ਚਿੱਕੜ ਵੀ ਮਿਲ ਜਾਂਦਾ। ਉਹ ਚਿੱਕੜ ਚੋਂਦਾ ਆਇਆ, ਸੋਹਣੀ ਪੁਸ਼ਾਕ ਖਰਾਬ ਹੋ ਗਈ ਹੈ। ਜਦੋਂ ਘਰ ਆਏ ਨੇ, ਜਿਹਨੂੰ ਅਸੀਂ ਧਰਮਸ਼ਾਲਾ ਕਹਿੰਦੇ ਕਰਤਾਰਪੁਰ ਸਾਹਿਬ ਦੀ, ਮਾਤਾ ਸੁਲੱਖਣੀ ਸਾਹਿਬ ਜੀ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਨੇ ਵੀ ਨੌਜਵਾਨ ਪਹਿਲੀ ਵਾਰ ਤੇ ਵਿਚਾਰਾ ਆਇਆ ਜੀ, ਔਰ ਇਹਦੇ ਲੀੜੇ ਕੱਪੜੇ ਹਾਵ ਭਾਵ ਤੋਂ ਲੱਗਦਾ ਨਹੀਂ ਕਿ ਖੇਤਾਂ ਦਾ ਕੰਮ ਕਾਰਾ ਹੋਵੇ, ਇਹ ਤਾਂ ਕੋਈ ਸ਼ਾਹੂਕਾਰ ਹੈ। ਅਤੇ ਤੁਸੀਂ ਆਉਂਦੇ ਪੰਡ ਚੁਕਾਤੀ ਇਹਨੂੰ, ਅਤੇ ਆ ਵੇਖੋ ਨਾ ਇਹਦੇ ਸਾਰੇ ਕੱਪੜੇ ਵਿਚਾਰੇ ਦੇ ਖਰਾਬ ਹੋ ਗਏ ਨੇ, ਚਿੱਕੜ ਦੀਆਂ ਧਾਰਾਂ ਪੈ ਗਈਆਂ। ਮਹਾਰਾਜ ਹੱਸ ਕੇ ਕਹਿਣ ਲੱਗੇ ਚਿੱਕੜ ਥੋੜ੍ਹਾ ਅਤੇ ਕੇਸਰ ਪਿਆ ਉਹਨੇ, ਨਵੇਂ ਕੱਪੜਿਆਂ 'ਤੇ ਚਿੱਕੜ ਪੈ ਗਏ। ਮਹਾਰਾਜ ਹੱਸ ਕੇ ਕਹਿੰਦੇ ਕੇਸਰ ਪਿਓ ਨੇ। ਔਰ ਉਸ ਅਗਾਂਹ ਵੇਖੀਏ ਉਹੀ ਬਾਬਾ ਲਹਿਣਾ ਗੁਰੂ ਅੰਗਦ ਬਣਦੇ ਨੇ, ਕੇਸਰ ਪਿਆ ਨੇ। ਬਾਬਾ ਅਮਰਦਾਸ 62 ਸਾਲ ਦੀ ਉਮਰ ਦੇ ਵਿੱਚ ਸੇਵਾ ਚੁੱਕ ਲੈਂਦੇ ਨੇ। ਗਾਗਰ ਦੀ ਭਾਰੀ ਸੇਵਾ ਹੈ। ਸਿਆਣੇ ਕਹਿੰਦੇ ਨੇ ਬਿਆਸਾ ਦਰਿਆ 'ਚ ਇੱਥੋਂ ਗਾਗਰ ਭਰਦੇ ਸੀ ਨਾ, ਹੁਣ ਸੁਭਾਵਿਕ ਕਿ ਪਾਣੀ 'ਚੋਂ ਤੇ ਭਾਰ ਚੁੱਕਣਾ ਸੌਖਾ ਹੈ, ਅਤੇ ਇੰਨੇ ਡੂੰਘੇ ਪਾਣੀ ਵਿੱਚ ਚਲੇ ਜਾਣਾ ਕਿ ਇੱਥੋਂ ਗਾਗਰ ਭਰੀ ਸਿਰ 'ਤੇ ਸੌਖੀ ਚੁੱਕ ਲੈਣ। ਅੱਧ ਰਸਤੇ ਵਿੱਚ ਆਪਣੇ ਕੱਦ ਦੇ ਮੁਤਾਬਕ ਇੱਕ ਮਮਟੀ ਬਣਾ ਰੱਖੀ ਸੀ, ਕਿਉਂਕਿ ਆਖਰ ਉੱਥੋਂ ਖਡੂਰ ਸਾਹਿਬ ਕਾਫੀ ਦੂਰ ਹੈ, ਅਤੇ ਏਡੀ ਦੂਰ ਸਿਰ 'ਤੇ ਗਾਗਰ ਲੈ ਕੇ ਜਾਣਾ, ਸਿਰ ਗਰਮ ਹੋ ਜਾਂਦਾ। ਰਸਤੇ 'ਚ ਇੱਕ ਆਪਣੇ ਕੱਦ ਬਰਾਬਰ ਮਮਟੀ ਰੱਖੀ ਸੀ, ਹੌਲੀ ਨਾਲ ਗਾਗਰ ਉੱਤੇ ਟਿਕਾ ਦੇਣੀ ਅਤੇ ਖੜੇ ਖੜੇ ਤੋਂ ਚਾ ਲੈਣੀ। ਔਖੀਆਂ ਸੇਵਾਵਾਂ ਸਾਡੇ ਵਡੇਰਿਆਂ ਕੀਤੀਆਂ। ਐਵੇਂ ਨਹੀਂ ਬਜ਼ੁਰਗਾਂ ਨੂੰ ਮਾਣ ਮਿਲਦੇ, ਵਡੇਰਿਆਂ ਨੂੰ ਮਾਣ ਮਿਲੇ ਨੇ। ਅਸੀਂ ਨਕਲ ਕਰਦੇ ਉਹਨਾਂ ਵਡੇਰੇ ਮਹਾਂਪੁਰਖਾਂ ਬਜ਼ੁਰਗਾਂ ਦੀਆਂ। ਕੋਈ ਭਾਈ ਬਹਿਲੋ ਦੀ ਨਕਲ ਕਰ ਲੈਂਦਾ, ਕੋਈ ਭਾਈ ਕਿਸੇ ਹੋਰ ਦੀ ਨਕਲ ਕਰ ਲੈਂਦਾ, ਪਰ ਸੱਚ ਰਹਿਣਾ ਜਿੰਨੀ ਸੇਵਕਾ ਮਿਹਨਤ ਮੁਸ਼ੱਕਤਾਂ ਭਾਈ ਸਾਲੋ ਜੀ ਨੇ ਕੀਤੀਆਂ ਨੇ, ਬਹਿਲੋ ਜੀ ਨੇ ਕੀਤੀਆਂ ਨੇ, ਹੋਰ ਕਿੰਨੇ ਕਰਨੀਆਂ ਨੇ। ਤਾਈਓ ਤੇ ਸੁੱਖ ਮਿਲਦਾ ਹੈ, ਤਾਈਓ ਤੇ ਆਨੰਦ ਮਿਲਦਾ ਹੈ। ਅਤੇ ਫਿਰ ਇਹ ਕੇਵਲ ਸੰਸਾਰ ਦਾ ਸੁੱਖ ਹੀ ਨਹੀਂ ਮਿਲਦਾ। ਮਹਾਰਾਜ ਕਹਿਣ ਲੱਗੇ ਇੱਥੇ ਮਿਲਣ ਵਡਿਆਈਆਂ, ਇੱਥੇ ਫਿਰ ਮਾਣ ਸਨਮਾਨ ਮਿਲਦਾ ਹੈ, ਇੱਥੇ ਬਖਸ਼ਿਸ਼ਾਂ ਮਿਲਦੀਆਂ ਨੇ, ਇੱਥੇ ਭਾਈ ਬਹਿਲੋ ਨੂੰ ਸਭ ਤੋਂ ਪਹਿਲੋਂ ਹੋਣ ਦਾ ਖਿਤਾਬ ਮਿਲਦਾ ਹੈ। ਇੱਥੋਂ ਤੱਕ ਕਹਿੰਦੇ ਨੇ ਕਿ ਸਾਡਾ ਤੇ ਪੁਰੋਹਿਤ ਹੀ ਭਾਈ ਬਹਿਲੋ ਹੈ। ਦੁਨੀਆ ਆਪਣੇ ਆਪਣੇ ਪੁਰੋਹਿਤਾਂ ਦੀ ਪੂਜਾ ਪਾਠ ਕਰਦੀ ਹੈ ਨਾ, ਸਤਿਕਾਰ ਕਰਦੀ ਹੈ, ਅਤੇ ਪੰਚਮ ਪਾਤਸ਼ਾਹ ਹੱਸ ਕੇ ਕਹਿੰਦੇ ਸਾਡਾ ਤੇ ਪੁਰੋਹਿਤ ਹੀ ਭਾਈ ਬਹਿਲੋ ਹੈ, ਸਾਡਾ ਤੇ ਪਿਆਰ ਹੀ ਭਾਈ ਸਭ ਤੋਂ ਪਹਿਲੋਂ ਹੈ। ਕਿਸੇ ਦਾ ਨਾਂ ਲੈਣਾ ਹੋਵੇ ਭਾਈ ਬਹਿਲੋ ਸਭ ਤੋਂ ਪਹਿਲੋਂ ਹੈ। ਅਤੇ ਸਭ ਨੂੰ ਪਤਾ ਹੈ ਕਿ ਔਖੀਆਂ ਸੇਵਾਵਾਂ ਘਾਟੀਆਂ 'ਚੋਂ ਗੁਜ਼ਰ ਕੇ ਮਾਣ ਮਿਲਦਾ ਹੈ। ਇਹ ਮਾਰਗ ਸਾਡੇ ਵਾਸਤੇ ਨੇ। ਠੀਕ ਹੈ, ਸਮੇਂ ਦੇ ਮੁਤਾਬਕ ਸੰਦਰਭ ਬਦਲੇ ਨੇ। ਅੱਜ ਜੰਗਲ 'ਚੋਂ ਲੱਕੜਾਂ ਵੱਢ ਕੇ ਅਸਾਂ ਨਹੀਂ ਲਿਆਉਣੀਆਂ, ਅਸਾਂ ਗਾਗਰਾਂ ਪਾਣੀ ਢੋ ਢੋ ਕੇ ਨਹੀਂ ਲਿਆਉਣੀਆਂ। ਅੱਜ ਅਸੀਂ ਪਸ਼ੂਆਂ ਵਾਂਗ ਉਸ ਤਰ੍ਹਾਂ ਪੱਠੇ ਨਹੀਂ ਚੁੱਕਦੇ। ਸਮੇਂ ਦੇ ਮੁਤਾਬਕ ਸੰਦਰਭ ਬਦਲ ਗਏ ਨੇ, ਪਰ ਚੇਤਾ ਰੱਖਣਾ ਸੇਵਾ ਦਾ ਭਾਵ ਨਹੀਂ ਬਦਲਦਾ ਨਾ, ਸੰਦਰਭ ਹੀ ਬਦਲਦੇ ਨੇ, ਪਰਿਸਥਿਤੀਆਂ ਬਦਲਦੀਆਂ ਨੇ, ਪਰ ਮਾਲਕ ਅਤੇ ਨੌਕਰ ਦਾ ਰਿਸ਼ਤਾ ਤਾਂ ਉਹੀ ਰਹਿੰਦਾ ਨਾ। ਸਦੀਆਂ ਪਹਿਲਾਂ ਵੀ ਨੌਕਰ ਸੀਗੇ ਅਤੇ ਮਾਲਕ ਸੀਗੇ, ਅਤੇ ਨੌਕਰ ਉਹੀ ਕੁਝ ਕਰਦੇ ਸੀ ਜੋ ਮਾਲਕ ਕਹਿੰਦੇ ਨੇ, ਅਤੇ ਅੱਜ ਵੀ ਨੌਕਰ ਉਹੀ ਕਰਦੇ ਨੇ ਜੋ ਮਾਲਕ ਕਹਿੰਦੇ ਨੇ। ਕੰਮ ਕਰਨ ਦੇ ਤਰੀਕੇ ਬਦਲ ਸਕਦੇ ਆ। ਸਾਨੂੰ ਵੀ ਸਮਝਣਾ ਚਾਹੀਦਾ ਸੇਵਾ ਦੇ ਤਰੀਕੇ ਬਦਲ ਗਏ ਹੋਣਗੇ। ਅੱਜ ਪੱਖਾ ਝੱਲਣ ਦੀ ਲੋੜ ਨਹੀਂ ਹੈ।
ਭਾਈ ਸਾਹਿਬ ਗੁਰਦਾਸ ਸਾਹਿਬ ਜੀ ਦੀਆਂ ਸੇਵਾ ਦੀਆਂ ਪੌੜੀਆਂ ਪੜ੍ਹੀਏ, ਉਹਨਾਂ ਲਗਭਗ ਸਾਰੀਆਂ ਪੌੜੀਆਂ ਵਿੱਚ ਪੱਖਾ ਫੇਰਨਾ, ਪਾਣੀ ਢੋਣਾ, ਆਟਾ ਪੀਹਣਾ ਇਹਦਾ ਜ਼ਿਕਰ ਹੈ। ਤੱਪੜ ਝਾੜ ਕੇ ਵਿਛਾੜਨਾ ਦਿਖਿਆ ਸਾਨੂੰ। ਰਾਗ ਬਿਲਾਵਲ 'ਚ ਆਪਾਂ ਉਹਨੇ ਪੜ੍ਹਿਆ ਹੋਣਾ, ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ। ਇਹ ਠੀਕ ਹੈ ਕਿ ਹੁਣ ਅਸਾਂ ਪਾਣੀ ਨਹੀਂ ਢੋਣਾ, ਹੁਣ ਅਸਾਂ ਪੱਖਾ ਨਹੀਂ ਚੱਲਣਾ, ਹੁਣ ਅਸਾਂ ਪੀਹਣਾ ਨਹੀਂ ਪੀਂਦੇ, ਪਰ ਚੇਤਾ ਰੱਖਣਾ ਬਹੁਤ ਕੁਛ ਐਸਾ ਹੋਰ ਹੈ ਜੋ ਅਸਾਂ ਨੇ ਕਰਨਾ ਹੈ। ਪਰ ਉਹ ਕੀ ਹੈ? ਉਹ ਸਮੇਂ ਦੇ ਮੁਤਾਬਕ ਹੁੰਦਾ ਹੈ। ਸਮੇਂ ਦੇ ਸਾਹਮਣੇ ਕੀ ਆ ਜਾਂਦਾ ਹੈ, ਸਾਨੂੰ ਕੀ ਵਕਤ 'ਤੇ ਕੰਮ ਮਿਲਿਆ ਹੈ ਕਿ ਉਸ ਨੂੰ ਸੇਵਾ ਦੇ ਵਿੱਚ ਲੈ ਜਾਈਏ। ਬਸ ਇੱਥੇ ਕੋਈ ਭਾਵ ਹੈ। ਸੇਵਾ ਕਰਦੇ ਹਾਂ, ਜੋ ਵੀ ਸਾਡੀ ਡਿਊਟੀ ਹੈ, ਅਗਰ ਉਸ ਨੂੰ ਸਮਰਪਿਤ ਹੋ ਕੇ ਕਰਦੇ ਹਾਂ ਤਾਂ ਵਡਿਆਈਆਂ ਵੀ ਮਿਲਦੀਆਂ ਨੇ। ਆਪ ਨੂੰ ਯਾਦ ਹੋਵੇਗਾ, ਜਦੋਂ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰਬ ਦੀ ਯਾਤਰਾ 'ਤੇ ਨੇ ਅਤੇ ਵਿਚਰਦੇ ਮਹਾਰਾਜ ਜਦੋਂ ਪਟਨਾ ਸਾਹਿਬ ਦੇ ਨੇੜੇ ਪਹੁੰਚੇ ਨੇ, ਉੱਥੇ ਇੱਕ ਇਤਿਹਾਸ ਸਾਖੀਆਂ 'ਚ ਨਾਮ ਆਉਂਦਾ ਭਾਈ ਫੱਗੋ ਚਾਚਾ। ਲੋਕ ਉਹਨੂੰ ਚਾਚਾ ਕਹਿ ਕੇ ਮਾਣ ਦਿੰਦੇ ਸਨ। ਭਾਈ ਫੱਗੋ ਨਾਂ ਸੀ। ਉਹ ਗੁਰੂ ਘਰ ਦਾ ਸੇਵਕ ਸੀਗਾ, ਜਿਹਨੂੰ ਆਪਾਂ ਕਹਿੰਦੇ ਕਿ ਮਸੰਦ ਸੀ। ਗੁਰੂ ਘਰ ਦੀ ਕਾਰ ਸੇਵਾ, ਸੰਗਤਾਂ ਦੇ ਘਰੋਂ ਘਰ ਜਾ ਕੇ ਇਕੱਤਰ ਕਰਕੇ ਅਤੇ ਫਿਰ ਉਹ ਉੱਥੇ ਧਰਮਸ਼ਾਲਾ ਚਲਾਉਣੀ, ਲੰਗਰ ਲਾਉਣੇ, ਬਚਿਆ ਹੋਇਆ ਹੁਕਮ ਜੇ ਮਾਲਕ ਦਾ ਜਾਣਾ ਅਤੇ ਇੱਧਰ ਵੀ ਸੇਵਾਵਾਂ ਭੇਜਣੀਆਂ। ਅਤੇ ਇੱਕ ਬੇਨਤੀ ਵੀ ਕਰਦੇ ਆ ਕਿ ਅਜੇ ਵੀ ਅਤੇ ਉਦੋਂ ਵੀ ਸਮੇਂ ਦੇ ਮੁਤਾਬਕ ਕੁਝ ਇਲਾਕਿਆਂ ਦਾ ਰਹਿਣ ਸਹਿਣ ਦਾ ਫਰਕ ਹੁੰਦਾ ਹੈ। ਬਿਹਾਰ ਦਾ ਅਤੇ ਪੰਜਾਬ ਦਾ ਰਹਿਣ ਸਹਿਣ ਅਜੇ ਵੀ ਫਰਕ ਹੈ ਨਾ, ਉਦੋਂ ਵੀ ਫਰਕ ਸੀ। ਉਹਨਾਂ ਪਿੰਡਾਂ 'ਚ ਵਿਚਰ ਕੇ ਉਗਰਾਹੀ ਕਰਨੀ ਔਖਾ ਕੰਮ ਸੀ। ਇੱਕ ਵਾਰ ਫਸਲ ਪੱਕੀ ਅਤੇ ਸਮੇਂ 'ਤੇ ਜਿਵੇਂ ਹਮੇਸ਼ਾ ਉਗਰਾਹੀ ਕਰਨ ਜਾਂਦੇ ਹੋਣਗੇ, ਕਿਸੇ ਘਰ ਜਾ ਕੇ ਅਲਖ ਜਗਾਈ ਹੈ ਅਤੇ ਸਵਾਣੀ ਕਿਸੇ ਕੋਲੋਂ ਘਰੋਂ ਕਲਪੀ ਖਿਝੀ ਸੀ, ਉੱਤੋਂ ਕਿਤੇ ਗਰੀਬੀ ਸੀ, ਉੱਤੋਂ ਖਿਝਾਹਟ ਕ੍ਰੋਧ ਸੀ। ਇਹਨਾਂ ਕਿਹਾ ਭਾਈ ਗੁਰੂ ਕੀ ਸੇਵਾ ਵਾਸਤੇ ਕੀ ਹਿੱਸਾ ਪਾਉਣਾ ਹੀ ਪਾ ਭਾਈ। ਉਹਨੇ ਕਿਹਾ ਜੀ ਮੇਰੇ ਕੋਲ ਕੁਝ ਨਹੀਂ ਗਾ। ਇਹਨਾਂ ਦੁਬਾਰਾ ਕਿਹਾ ਬੀਬਾ ਗੁਰੂ ਕੀ ਸੇਵਾ 'ਚ ਜੋ ਤਿਲ ਫੁੱਲ ਸਰਦਾ ਬਣਦਾ ਪਾ ਦੇ। ਉਸ ਨੇ ਘਰ ਬਹੁ ਵਿਹੜੇ 'ਚ ਬੌਕਰ ਲਗਾਏ ਸੀ, ਉਹ ਟੋਕਰੀ 'ਚ ਕੂੜਾ ਪਾਈ ਫਿਰਦੀ ਸੀ। ਕਹਿੰਦੇ ਕਿ ਆਹ ਹੀ ਲੈ ਜਾ। ਉਹਨੇ ਕੂੜਾ ਜਿਹੜਾ ਸੀ 2-4 ਬੋਕੋ ਹੀ ਝੋਲੀ 'ਚ ਪਾ ਦਿੱਤਾ। ਇਹਨਾਂ ਸਿਰ ਨੀਵਾਂ ਕਰਕੇ ਧੰਨ ਗੁਰੂ ਨਾਨਕ ਕਹਿ ਕੇ ਰੱਖ ਲਿਆ। ਆਏ ਉਹ ਛਾਣ ਪੁਣਿਆ, ਬਾਕੀ ਕੂੜਾ ਤੇ ਜੋ ਗੁਰੂ ਕਾ ਬਾਗ ਲਗਾਇਆ ਸੀ ਉਹਦੇ ਵਿੱਚ ਖਾਦ ਦੇ ਰੁਚ ਪਾ ਦਿੱਤਾ। ਦੇਖਿਆ ਉਹਦੇ 'ਚ ਕਬੇਰ ਦੀ ਗਿੱਟ, ਜਿੱਥੇ ਕੂੜਾ ਸਿੱਟਿਆ ਉੱਥੋਂ ਕਬੇਰੀ ਉੱਗ ਪਈ। ਬੇਰੀ ਪੁੱਟੀ ਨਾ। ਜੇ ਕਿਸੇ ਕਹਿਣਾ ਨਹੀਂ ਇਹ ਗੁਰੂ ਕੀ ਸੇਵਾ 'ਚੋਂ ਆਈ ਹੈ, ਬੇਰੀ ਉੱਗ ਪਈ। ਸਮਾਂ ਪਾ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਦੇ ਬਾਗ ਵਿੱਚ ਬੈਠੇ ਜਾ ਕੇ, ਉਸ ਗੁਰੂ ਕੇ ਬਾਗ 'ਚ ਜਾ ਕੇ ਮਹਾਰਾਜ ਦੇ ਚਰਨ ਪਏ ਬੈਠੇ। ਉਹਨੇ ਜਿੰਨੀ ਸੇਵਾ ਸਰਦੀ ਬਣਦੀ ਸੰਗਤ ਤੋਂ ਇਕੱਤਰਤ ਕੀਤੀ ਸੀ, ਮਹਾਰਾਜ ਦੇ ਲਿਆ ਭੇਟ ਨਜ਼ਰ ਕੀਤੀ, ਸਾਰੀ ਹੋ ਗਈ। ਜਦੋਂ ਆਰਾਮ ਨਾਲ ਫੁਰਸਤ 'ਚ ਬਹਿ ਗਏ, ਮਹਾਰਾਜ ਕਹਿਣ ਲੱਗੇ ਭਾਈ ਫੱਗੋ ਸਾਰੀ ਸੇਵਾ ਅਮਾਨਤ ਆ ਗਈ ਹੈ? ਕਹਿਣ ਲੱਗਾ ਜੀ ਮਹਾਰਾਜ ਜੋ ਅਮਾਨਤਾਂ ਸੰਗਤਾਂ ਦੇ ਸੀ ਆਪ ਜੀ ਦੇ ਨਜ਼ਰ ਆ ਗਈਆਂ। ਮਹਾਰਾਜ ਕਹਿਣ ਲੱਗੇ ਨਹੀਂ ਅਜੇ ਸਾਰੀ ਨਹੀਂ ਆਈ। ਹੁਣ ਫੱਗੋ ਚਿੰਤਾ 'ਚ ਹੈ ਵੀ ਮੈਂ ਤਾਂ ਕੁਝ ਰੱਖਿਆ ਹੀ ਨਹੀਂ ਘਰ, ਮੇਰੇ ਘਰ 'ਤੇ ਮੈਂ ਖਾਨਾ ਹੀ ਅਲੱਗ ਰੱਖਿਆ ਹੋਇਆ। ਜੋ ਮਹਾਰਾਜ ਦੀ ਸੇਵਾ 'ਚ ਆਉਂਦਾ ਉਹ ਸਾਰਾ ਵੱਖਰਾ ਕੁਝ ਹੁੰਦਾ ਹੈ, ਔਰ ਉਹ ਸਾਰਾ ਹੀ ਭਾਂਡਾ ਖਾਲੀ ਕਰ ਲਿਆ, ਉੱਥੇ ਤੇ ਰਿਹਾ ਕੁਝ ਨਹੀਂ। ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਮੇਰੀ ਸਮਝ ਤੋਂ ਪਾਰ ਹੈ, ਜੋ ਮੇਰੀ ਸਮਝ ਮਤ ਬੁੱਧ ਵਿੱਚ ਆਏ ਤੇ ਭੇਟ ਹੈ। ਜਾਣੇ ਅਣਜਾਣੇ ਕੋਈ ਸ਼ੈ ਰਹਿ ਗਈ ਹੋਵੇ, ਵਸਤੂ ਰਹਿ ਗਈ ਹੋ ਤੇ ਖਿਮਾ ਕਰਕੇ ਹੁਕਮ ਕਰ ਦਿਓ। ਮਹਾਰਾਜ ਕੀ ਕਹਿਣ ਲੱਗੇ ਕਿ ਆ ਬੇਰੀ ਦੇ ਬੇਰ ਨਹੀਂ ਆਏ, ਇਹ ਵੀ ਤਾਂ ਸਾਡੇ ਨਾਂ 'ਤੇ ਆਈ ਸੀ ਨਾ। ਬੇਰੀ ਦੇ ਬੇਰ ਬਾਅਦ ਸੰਗਤ ਮਹਾਰਾਜ ਨੇ ਕਿਹਾ ਪਤਾ ਤੁਹਾਨੂੰ ਕਿੱਥੋਂ ਆਈ ਹੈ? ਆਪ ਹੀ ਭੁੱਲ ਭੁਲਾ ਗਿਆ ਸੀ। ਫਿਰ ਮਹਾਰਾਜ ਨੇ ਕਿਹਾ ਭਾਈ ਫੱਗੋ ਦੱਸ ਖਾਂ ਬੇਰੀ ਕਿੱਥੋਂ ਆਈ ਹੋ? ਫਿਰ ਦੱਸਿਆ ਵੀ ਇਸ ਤਰ੍ਹਾਂ ਕੋਈ ਸਵਾਣੀ ਸੀ, ਭੇਤ ਤੇ ਨਹੀਂ ਖੋਲ੍ਹਿਆ ਕੌਣ ਹੈ, ਪਰ ਕਿਸੇ ਕਾਰਨ ਘਰ ਪਰਿਵਾਰ 'ਚੋਂ ਕਲਪੀ ਹੋਈ ਸੀ, ਖਿੱਚ ਸੀ, ਅਤੇ ਪਦਾਰਥ ਵੀ ਘਰ ਬਹੁਤੇ ਨਹੀਂ ਸੀ। ਉਹਨੇ ਖਿਜੀ ਹੋਈ ਨੇ ਕਲਪੀ ਹੋਈ ਨੇ ਕੂੜਾ ਹੀ ਝੋਲੀ 'ਚ ਪਾ ਦਿੱਤਾ ਅਤੇ ਸੱਤ ਕਰਕੇ ਲੈ ਲਿਆ। ਉਹ ਚੂੰਕਿ ਬੇਰੀ ਹੋ ਗਈ। ਮਹਾਰਾਜ ਕਹਿਣ ਲੱਗੇ ਬੇਰ ਪੱਕੇ, ਸਾਰੀ ਸੰਗਤ ਨੂੰ ਵਰਤਾ ਪਾਈ। ਯਾਦ ਰੱਖਣਾ ਗੁਰੂ ਕੀ ਸੇਵਾ 'ਚ ਕੀ ਮਿਲਦਾ ਹੈ, ਸਾਡਾ ਵਿੱਚ ਕੁਝ ਨਾ ਹੋਵੇ। ਅਗਲੇ ਨੇ ਕੀ ਦਿੱਤਾ ਹੈ, ਤੁਸੀਂ ਕੀ ਹੋਵੇ ਚਾਹੁੰਦੇ? ਤੁਸੀਂ ਸਿਰਫ ਸਮੇਂ ਦੇ ਉਸ ਸੇਵਾ ਨੂੰ ਲਿਆ ਕੇ ਗੁਰੂ ਕੇ ਦਰ ਤੱਕ ਪਹੁੰਚਾਉਣ ਦੇ ਇੱਕ ਸੇਵਕ ਹੋ। ਬਾਕੀ ਕਿਸੇ ਨੇ ਕੀ ਦੇਣਾ ਹੈ, ਕਿਸੇ ਕੀ ਕਰਨਾ ਹੈ,
ਜੋ ਜੋ ਸੇਵਾਵਾਂ ਸਾਡੀਆਂ ਲੱਗੀਆਂ ਨੇ ਕੀ ਅਸੀਂ ਇਹਨੂੰ ਇਮਾਨਦਾਰੀ ਨਾਲ ਨਿਭਾਉਂਦੇ ਹਾਂ। ਬਸ ਔਖਾ ਹੈ। ਅੱਜ ਇਹੀ ਗੱਲ ਮਹਾਰਾਜ ਨੇ ਸਾਨੂੰ ਦੱਸੀ ਹੈ ਕਿ ਸਾਡਾ ਚਿੱਤ ਸਤਿਗੁਰ ਦੇ ਨਾਲ ਲੱਗਾ ਹੈ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਕੀ ਇਸ ਅਵਸਥਾ ਨੂੰ ਅਸੀਂ ਮਾਣਿਆ। ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੋਂ ਸੁਖਸਾਰ, ਤੇ ਨਤੀਜਾ ਇੱਥੇ ਮਿਲਣ ਵਡਿਆਈਆਂ। ਅਸੀਂ ਵਡਿਆਈਆਂ ਭਾਲਦੇ ਹਾਂ ਪਰ ਵਡਿਆਈਆਂ ਮਿਲਦੀਆਂ ਨਹੀਂ, ਕਿਉਂਕਿ ਅਸੀਂ ਤਾਂ ਚਿੱਤ ਨਹੀਂ ਲਾ ਪਾਏ ਅਤੇ ਵਡਿਆਈਆਂ ਲੱਗੇ ਹੋਏ ਚਿੱਤ ਨੂੰ ਮਿਲਦੀਆਂ ਨੇ। ਜਿਵੇਂ ਫੁੱਲ ਅਤੇ ਫਲ ਉਹਨਾਂ ਟਾਹਣੀਆਂ ਨੂੰ ਲੱਗਦੇ ਨੇ ਜਿਹੜੀਆਂ ਮੁੱਢ ਨਾਲ ਜੁੜੀਆਂ ਰਹਿੰਦੀਆਂ ਨੇ, ਅਤੇ ਜਿਹੜੀਆਂ ਟਾਹਣੀਆਂ ਮੁੱਢ ਤੋਂ ਟੁੱਟ ਜਾਂਦੀਆਂ ਨੇ ਉਹ ਕੁਝ ਸਮੇਂ ਲਈ ਹਰੀਆਂ ਰਹਿੰਦੀਆਂ ਨੇ, ਪਰ ਉਹਨਾਂ ਫਿਰ ਫੁੱਲ ਨਹੀਂ ਖਿੜਦੇ, ਫਲ ਨਹੀਂ ਮਿਲਦੇ। ਇਵੇਂ ਆਪਣੇ ਗੁਰੂ ਕਰਤੇ ਦੇ ਨਾਲ ਮੁੱਢ ਨਾਲ ਮੂਲ ਨਾਲ ਜੁੜ ਕੇ ਜਿਹੜੇ ਸੇਵਾ ਕਰਦੇ ਨੇ ਉਹਨਾਂ ਨੂੰ ਵਡਿਆਈਆਂ ਵੀ ਮਿਲਦੀਆਂ ਨੇ, ਮਾਣ ਵੀ ਮਿਲਦਾ ਹੈ। ਅਤੇ ਨਾਲ ਵਡਿਆਈ ਮਾਣ ਦੇ ਦਰਗਾਹ ਹੈ, ਮੋਖ ਦੁਆਰ, ਦਰਗਾਹ ਦੇ 'ਚ ਮੁਕਤੀ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਗਿਆਨੀ ਜਿੰਨੇ ਨੇ ਸਾਡੇ ਮੰਡਲਾਂ 'ਚ ਮੁਕਤੀ ਦੇ ਦਰਵਾਜ਼ੇ ਦੀਆਂ ਅਕਸਰ ਗਾਹੇ ਬਗਾਹੇ ਚਰਚਾਵਾਂ ਕਰਦੇ ਰਹਿੰਦੇ ਨੇ ਕਿ ਮੁਕਤੀ ਦਾ ਦਰਵਾਜ਼ਾ ਕੋਈ ਹੈ। ਅਸਾਂ ਵੇਖਿਆ ਨਹੀਂ ਹੋਣਾ ਕਿਸੇ ਨੇ, ਪਰ ਬਾਬਾ ਕਬੀਰ ਸਾਹਿਬ ਦੱਸਦੇ ਨੇ ਕਿੱਦਾਂ ਦਾ ਸਮਝ ਸਕੀਏ। ਕਬੀਰ ਮੁਕਤ ਦੁਆਰਾ ਸੰਕੁਰਾ। ਸੰਕੁਰਾ ਦਾ ਮਤਲਬ ਅੱਜ ਕੱਲ੍ਹ ਬਹੁਤ ਛੋਟਾ, ਨਹਿਰੋ, ਕਿਤਨਾ ਕੁ ਛੋਟਾ ਹੈ ਕਿਉਂਕਿ ਰਾਈ 10ਵੇਂ ਪਹਾਏ। ਰਾਈ ਦੇ ਸਰੋਂ ਦੇ ਦਾਣੇ ਦੇ ਬਰਾਬਰ ਨੂੰ 10 ਹਿੱਸੇ 'ਚ ਵੰਡ ਲਈਏ ਅਤੇ ਇੰਨਾ ਛੋਟਾ ਜਿਹਾ। ਅਤੇ ਜਦੋਂ ਮੈਂ ਦਰਵਾਜ਼ੇ 'ਤੇ ਪਹੁੰਚਾ ਅਤੇ ਮੇਰਾ ਆਪਣਾ ਕੱਦ ਪਤਾ ਕਿਤਨਾ ਵੱਡਾ ਸੀ, ਹਾਥੀ ਵਰਗਾ ਕੱਦ ਮੇਰਾ। ਹੁਣ ਸੋਚਿਆ ਜਾਏ ਵੀ ਸੂਈ ਦੇ ਨੱਕੇ 'ਚੋਂ ਹਾਥੀ ਕਿਵੇਂ ਪਾਰ ਲੰਘੇਗਾ। ਕਹਿਣ ਲੱਗੇ ਜੀ ਬੜੀ ਪਰੇਸ਼ਾਨੀ ਦੀ ਗੱਲ ਸੀ, ਜਾਣਾ ਸੀ ਪਾਰ, ਅੱਗੇ ਦਰਵਾਜ਼ਾ ਬੜਾ ਛੋਟਾ ਹੈ। ਕਿ ਕਿਸੇ ਸਿਆਣੇ ਨੇ ਕਿਹਾ ਵੀ ਗੁਰੂ ਨੂੰ ਮਿਲ, ਗੁਰੂ ਰਾਹ ਦੱਸ ਦੇਗਾ, ਜੁਗਤ ਦੱਸ ਦੇਗਾ, ਫਿਰ ਮਿਲ ਕੇ ਆਵੀਂ। ਫਿਰ ਕੁਝ ਸਮੇਂ ਬਾਅਦ ਆਪਣੇ ਗੁਰੂ ਦੀ ਸੰਗਤ ਕੀਤੀ, ਉਪਦੇਸ਼ ਲਿਆ। ਹੁਣ ਦੁਬਾਰਾ ਉੱਥੇ ਪਹੁੰਚੇ ਅਤੇ ਕਹਿਣ ਲੱਗੇ ਸੁਖ ਹੈ ਨਹੀਂ, ਪਾਰ ਹੋ ਗਏ। ਹੈਰਾਨੀ ਹੋ ਗਈ ਵੀ ਉਹ ਦਰਵਾਜ਼ਾ ਵੱਡਾ ਹੋ ਗਿਆ। ਹੁਣ ਕਹਿ ਲਗੇ ਮੁਕਤ ਦੁਆਰਾ ਮੋਕਲਾ। ਪਹਿਲਾਂ ਆਏ ਸਾਂ ਅਤੇ ਮੁਕਤ ਦੁਆਰਾ ਸੰਕੁਰਾ ਲੱਗਦਾ ਸੀ। ਕੀ ਗੁਰੂ ਨੇ ਦਰਵਾਜ਼ਾ ਤੁੜਵਾਤਾ ਹੋਏਗਾ? ਨਹੀਂ, ਦਰਵਾਜ਼ਾ ਤਾਂ ਉਹੀ ਰਿਹਾ ਹੋਣਾ, ਪਰ ਮੇਰਾ ਆਪਣਾ ਹਉਮੈ ਦਾ, ਹੰਕਾਰ ਦਾ ਦਾਇਰਾ ਕੱਦ ਹੀ ਇਤਨਾ ਵੱਡਾ ਸੀ ਕਿ ਮੈਂ ਇਸ ਦਰਵਾਜ਼ੇ 'ਚੋਂ ਪਾਰ ਨਹੀਂ ਸੀ ਲੰਘ ਸਕਦਾ। ਅਤੇ ਗੁਰੂ ਸਾਹਿਬ ਨੇ ਹਉਮੈ ਹੰਕਾਰ ਸਭ ਛਾਂਟ ਦਿੱਤੀ, ਸਭ ਨਿਰਮਲ ਕਰਤੀ। ਅਤੇ ਯਾਦ ਰੱਖਣਾ ਇੱਕ ਰੂਹ ਨੂੰ ਕਿਤਨਾ ਕੁ ਵਕਤ ਚਾਹੀਦਾ ਅਤੇ ਕਿਤਨਾ ਕੁ ਸਮਾਂ, ਅਤੇ ਕੀ ਆਕਾਰ ਕਹਿੰਦੇ ਸਿਆਣੇ ਵੀ ਰੂਹ ਦਾ ਤਾਂ ਆਕਾਰ ਹੀ ਕੋਈ ਰਿਸ਼ਮ ਹੈ, ਅਤੇ ਇੱਕ ਸੂਈ ਦੇ ਨੱਕੇ 'ਚੋਂ 50 ਰਿਸ਼ਮਾਂ ਲੰਘ ਜਾਣ, ਕੀ ਫਰਕ ਪੈਂਦਾ। ਕਹਿਣ ਲੱਗੇ ਹੁਣ ਗੁਰੂ ਕੀ ਬਖਸ਼ਿਸ਼ ਲੈ ਕੇ ਆਏ ਹਾਂ ਅਤੇ ਉਹ ਦਰਵਾਜ਼ਾ ਲੱਗਦਾ ਇਤਨਾ ਵੱਡਾ ਹੈ, ਮੁਕਤ ਦੁਆਰਾ ਮੋਕਲਾ, ਸਹਿਜੇ ਆਵੋ ਜਾਓ, ਜਦ ਮਰਜ਼ੀ ਪਾਰ ਲੰਘ ਜਾਓ, ਜਦ ਮਰਜ਼ੀ ਆ ਜਾਓ। ਹੁਣ ਤਾਂ ਗੱਲ ਹੀ ਕੋਈ ਨਹੀਂ। ਸਤਿਗੁਰੂ ਕਹਿਣ ਲੱਗੇ ਪਿਆਰਿਓ, ਉਹ ਮੁਕਤੀ ਦਾ ਦਰਵਾਜ਼ਾ ਇੰਨਾ ਵੱਡਾ ਹੋ ਜਾਂਦਾ ਹੈ, ਭਾਵ ਖੁੱਲ੍ਹ ਜਾਂਦਾ ਹੈ, ਜਿਹਨੂੰ ਲੋਕ ਮੁਕਤੀ ਮੰਗਦੇ ਨੇ, ਲੋਕ ਮੋਕਸ਼ ਮੰਗਦੇ ਨੇ। ਬੇਸ਼ੱਕ ਸਾਡਾ ਸੰਕਲਪ ਇਹੋ ਜਿਹਾ ਨਹੀਂ ਸੀ ਸੋਚ ਪਾਉਂਦੇ, ਪਰ ਚੇਤਾ ਰੱਖਣਾ ਦਰਗਾਹ ਦੇ ਵਿੱਚ ਪ੍ਰਵੇਸ਼ ਹੀ ਉਸ ਦਰਵਾਜ਼ੇ ਤੋਂ ਲੰਘ ਕੇ ਹੁੰਦਾ ਹੈ। ਉਸੇ ਨੂੰ ਗਿਆਨੀਆਂ ਨੇ ਮੁਕਤੀ ਦਾ ਦਰਵਾਜ਼ਾ ਕਿਹਾ ਹੈ, ਉਸੇ ਨੂੰ ਗਿਆਨੀਆਂ ਨੇ ਆਪਣੇ ਆਪਣੇ ਢੰਗ ਨਾਲ ਮੋਕਸ਼ ਦੁਆਰ ਕਿਹਾ ਹੈ, ਅਤੇ ਉਸੇ ਨੂੰ ਸਤਿਗੁਰੂ ਨੇ ਸੋਧਰ ਕਿਹਾ ਹੈ। ਉਸ ਤੋਂ ਹੀ ਪਾਰ ਅਸਾਂ ਜਾਣਾ। ਜਿਹੜੇ ਉਰਾਂ ਰਹਿ ਜਾਂਦੇ ਨੇ ਉਹਨਾਂ ਨੂੰ ਸਮੇਂ ਨਾਲ ਜਨਮ ਮਿਲਣੇ ਪੈਂਦੇ ਨੇ। ਜਿਹੜੇ ਮੁਕਤੀ ਦੇ ਦਰਵਾਜ਼ੇ ਤੋਂ ਪਾਰ ਲੰਘ ਜਾਂਦੇ ਨੇ ਉਹ ਫਿਰ ਜਨਮ ਮਰਨ ਦੋਹਾਂ ਦੇ ਚੱਕਰਾਂ ਤੋਂ ਮਿਟ ਜਾਂਦੇ ਨੇ। ਇਹ ਨਹੀਂ ਕਿ ਸੰਸਾਰ 'ਚ ਵਿਚਰਦੇ ਨਹੀਂ। ਮਹਾਰਾਜ ਆਪ ਕਹਿੰਦੇ ਨੇ ਫਿਰ ਉਹ ਵੀ ਕਦੇ ਕਦੇ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਮਾਤਲੋਕ 'ਤੇ ਜਨਮ ਲੈਂਦੇ ਨੇ, ਪਰ ਉਹ ਭਗਤ ਰੂਪ ਲੈਂਦੇ ਨੇ, ਕਿਸੇ ਗੁਰਮੁਖ ਰੂਪ 'ਚ ਆਉਂਦੇ ਨੇ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਆਉਂਦੇ ਨੇ, ਆਪਣੀ ਡਿਊਟੀ ਪੂਰੀ ਕੀਤੇ ਨਿਕਲ ਜਾਂਦੇ ਨੇ। ਉਸੇ ਦਰ ਦਾ ਸਾਨੂੰ 2 ਵਾਰ ਦਰਸ਼ਨ ਕਰਾਇਆ ਜਾਂਦਾ ਹੈ। ਆਪ ਤੇ ਕਰਦੇ ਹੋਗੇ ਨਾ, ਸੰਧਿਆ ਦੇ ਵੇਲੇ ਬੈਠਦੇ ਤੇ ਕੀ ਪੜ੍ਹਦੇ, ਸੋ ਦਰ ਤੇਰਾ ਕਿਹਾ। ਇਹ ਸੱਚੇ ਪਾਤਸ਼ਾਹ ਜੀ, ਉਹ ਦਰਵਾਜ਼ਾ ਤੁਹਾਡਾ ਕਿਹੋ ਜਿਹਾ? ਜਿਸ ਦਰਵਾਜ਼ੇ ਦੇ ਪਿੱਛੇ ਘਰ ਹੁੰਦਾ, ਕਿਉਂਕਿ ਪਹਿਲਾਂ ਤਾਂ ਦਰਵਾਜ਼ਾ ਹੀ ਮਿਲਦਾ ਹੈ ਨਾ, ਅਤੇ ਦਰਵਾਜ਼ੇ ਤੋਂ ਲੰਘ ਕੇ ਘਰ ਪ੍ਰਵੇਸ਼ ਕਰੀਦਾ। ਸੋ ਦਰ ਤੇਰਾ ਕਿਹਾ, ਹੇ ਵਾਹਿਗੁਰੂ ਜੀ, ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਸਵੇਰ ਵੀ ਭਾਗਾ ਵਾਲਿਆਂ ਕੀਤਾ ਹੋਣਾ, ਜਾਪ ਕੀਤਾ ਨਹੀਂ, ਠੀਕ ਭਾਈ ਕਰਨਾ ਜ਼ਰੂਰ ਕਰਨਾ ਚਾਹੀਦਾ ਹੈ ਨਾ।
ਗੁਰੂ ਨਾਨਕ ਦੀ ਪਿਆਰ ਭਰੀ ਬਾਣੀ ਨੂੰ ਪਾਠ ਜਾਪ ਕਰਨਾ ਚਾਹੀਦਾ। ਸਾਰੇ ਕਰਿਆ ਕਰੀ, ਉਠਤ ਬੈਠਤ ਸੋਵਤ ਕਰਿਆ ਕਰੀ, ਸੌਣ ਲੱਗੇ ਕਰ ਲਿਆ ਕਰੋ, ਜਦੋਂ ਮੌਕਾ ਲੱਗਦਾ ਉਦੋਂ ਕਰ ਲਿਆ ਕਰੋ। ਬਾਣੀ ਪੜ੍ਹਨ ਵਾਸਤੇ ਸਮਾਂ ਪਾਬੰਦੀਆਂ ਹੈ, ਪਰ ਪ੍ਰੇਮ 'ਚ ਕੋਈ ਪਾਬੰਦੀਆਂ ਨਹੀਂ 'ਚ ਹੁੰਦੀਆਂ। ਜਦੋਂ ਪ੍ਰੇਮ ਆਏ, ਜਦੋਂ ਚਿੱਤ ਆਏ, ਉਦੋਂ ਪਾਣੀ ਪੜ੍ਹ ਲਓ। ਮਰਿਆਦਾ ਦੇ ਤੌਰ 'ਤੇ ਸਿਰਫ ਸੁਹਲਾ ਕੀ ਬਾਣੀ ਕਾ ਸਮਾਂ ਨਿਯਤ ਕੀਤਾ ਭਾਈ, ਉਹ ਵੀ ਟਾਈਮ ਘੜੀ ਵਾਲਾ ਟਾਈਮ ਨਹੀਂ। ਜਦੋਂ ਤੁਸੀਂ ਆਪਣੇ ਕਾਰ ਵਿਹਾਰਾਂ ਤੋਂ ਫੁਰਸਤ ਪਾ ਕੇ ਤੁਸੀਂ ਆਪਣੇ ਬਿਸਤਰ 'ਤੇ ਬੈਠਦੇ ਬਸ ਹੁਣ ਸੌਣਾ ਹੈ, ਉਦੋਂ ਸਵੇਲੇ ਕਾ ਪਾਠ ਕਰਨਾ ਹੈ ਭਾਈ। ਬਾਕੀ ਤਾਂ ਜਦੋਂ ਚਿੱਤਰ ਕਰਦਾ ਤੁਰੇ ਫਿਰਦੇ ਆ, ਸੰਤ ਕਿਹਾ ਮਾਰਗ ਚਲਤ ਹਰੇ ਹਰ ਗਾਈਏ, ਕੋਈ ਤੁਕ ਕੋਈ ਬਾਣੀ ਗਾਉਂਦੇ ਜਾਈਏ। ਮਿਲਦਾ ਕੀ ਹੈ? ਕਹਿਣ ਲੱਗੇ ਭਾਈ ਜੇ ਕਰ ਲੋਗੇ ਤੇ ਦਰਗਾਹ ਮੋਖ ਦੁਆਰ, ਉਹ ਮੁਕਤੀ ਦਾ ਦਰਵਾਜ਼ਾ, ਕਿਉਂਕਿ ਮੁਕਤੀ ਦੇ ਦਰ 'ਤੇ ਉਸ ਦਰਵਾਜ਼ੇ ਤੋਂ ਪਹਿਲਾਂ ਹੈ ਧਰਮ ਰਾਏ। ਪੜ੍ਹਦੇ ਨਾ ਨਾਨਕ ਜੀਉ ਪਾਏ ਕਹਿ ਲਿਖਤਾ, ਨਾਵੈ ਧਰਮ ਬਹਾਲਿਆ। ਉੱਥੇ ਜੇ ਮੁਨਸ਼ੀ ਬੈਠਾ ਹੁੰਦਾ ਨਾ, ਹਿਸਾਬ ਕਿਤਾਬ ਦੇਖਦਾ ਸਾਰਿਆਂ ਦਾ, ਪਏ ਤੂੰ ਅੱਗੇ ਜਾ ਸਕਦਾ ਕਿ ਨਹੀਂ ਜਾ ਸਕਦਾ, ਤੂੰ ਸੱਜੇ ਜਾ ਤੂੰ ਖੱਬੇ ਜਾ। ਆ ਵੱਡੇ ਵੱਡੇ ਘਰਾਂ 'ਚ ਵੇਖੀਦਾ ਨਾ, ਜਦੋਂ ਦਫ਼ਤਰ ਕਈ ਨੇ ਕਚਹਿਰੀਆਂ 'ਚ, ਤੂੰ ਸੱਜੇ ਪਾਸੇ ਤੂੰ ਖੱਬੇ ਪਾਸੇ, ਤੂੰ ਅੱਗੇ ਜਾ ਸਕਦਾ ਤੂੰ ਨਹੀਂ ਜਾ ਸਕਦਾ। ਉਹਦਾ ਕੰਮ ਹੀ ਦਰਪਣਾ ਕਚਹਿਰੀ ਲਾ ਕੇ ਬੈਠਾ ਹੈ, ਕਿਸੇ ਨੂੰ ਖੱਬੇ ਮੋੜ ਦਿੰਦਾ, ਕਿਸੇ ਨੂੰ ਸੱਜੇ ਮੋੜ ਦਿੰਦਾ, ਕਿਸੇ ਨੂੰ ਨਰਕ ਪਾ ਦਿੰਦਾ, ਕਿਸੇ ਨੂੰ ਸਵਰਗ ਪਾਤਾ। ਇਹ ਕੰਮ ਕਰਦਾ। ਪਰ ਕੁਝ ਜੀਅ ਉੱਥੇ ਆਉਂਦੇ ਨੇ ਜਿਹੜੇ ਨਰਕ ਸੁਰਗ 'ਤੇ ਰਹਿ ਜਾਂਦੇ ਨੇ, ਬਚ ਜਾਂਦੇ ਨੇ। ਬੜਾ ਪਿਆਰਾ ਬਚਨ ਪੜ੍ਹਿਆ ਨੂੰ ਗੁਰਸਿੱਖਾਂ ਲਈ, ਨਰਕ ਸੁਰਗ 'ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ। ਸਤਿਗੁਰ ਦੀ ਕਿਰਪਾ ਹੋਈ ਹੈ, ਹੁਣ ਆਪਣੇ 'ਤੇ ਨਾ ਨਰਕ ਦਾ ਕੰਮ ਹੈ ਅਤੇ ਨਾ ਸੁਰਗ ਦਾ ਕੰਮ ਹੈ, ਆਪਾਂ ਤਾਂ ਚੱਲੇ ਅੱਗੇ। ਅਤੇ ਜਦੋਂ ਉਹ ਅੱਗੇ ਜਾਂਦੇ ਨੇ ਤਾਂ ਧਰਮ ਰਾਏ ਤਿਨਕਾ ਮਿੱਤ ਹੈ, ਧਰਮ ਰਾਏ ਮਿੱਤਰ ਬਣ ਜਾਂਦਾ, ਹੱਥ ਜੁੜ ਖੜਾ ਹੁੰਦਾ ਹੈ। ਆਪਣੇ ਆਉਣਾ ਇੱਕ ਬਚਨ ਅੱਗੇ ਸ਼ਲੋਕ ਤੇ ਵਾਰਾਂ ਤੇ ਵਧੀਕ 'ਚੋਂ, ਜਿਹੜੇ ਇੱਥੇ ਸੰਸਾਰ ਦੇ ਮਾੜੇ ਕੰਮ ਕਰਦੇ ਨਾ, ਆਪਣੇ ਆਪ ਨੂੰ ਵੱਡੇ 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 ਕਹਿਣ ਦੀ ਕੋਸ਼ਿਸ਼ਾਂ ਕਰਦੇ ਨੇ ਅਤੇ ਗੁਨਾਹ ਕਰ ਬਹਿੰਦੇ ਨੇ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਫਿਰ ਉਹਨਾਂ ਦੇ ਚੀਕ ਚਿਹਾੜੇ ਦੀ ਆਵਾਜ਼ਾਂ ਦੂਰ ਤੱਕ ਆਉਂਦੀਆਂ ਨੇ, ਔਰ ਸੁਣਿਆ ਬਹੁਤ ਦੂਰ ਤੱਕ ਸੁਣਿਆ ਜਾਂਦਾ ਹੈ। ਸਾਨੂੰ ਨਹੀਂ ਸੁਣਾਈ ਦਿੰਦਾ ਨਾ, ਕਿਉਂਕਿ ਸਾਡੇ ਕੰਨਾਂ 'ਚ ਤਾਬ ਨਹੀਂ ਹੈ, ਸਾਨੂੰ ਤਾਂ ਸ਼ਬਦ ਵੀ ਨਹੀਂ ਸੁਣਾਈ ਦਿੰਦਾ। ਅਤੇ ਚੇਤਾ ਰੱਖਣਾ, ਜੇ ਸਾਨੂੰ ਨਾ ਸ਼ਬਦ ਸੁਣਾਈ ਦਿੰਦਾ ਅਤੇ ਨਾ ਉਹਨਾਂ ਦਾ ਚੀਕ ਚਿਹਾੜਾ ਸੁਣਾਈ ਦਿੰਦਾ, ਪਰ ਅਨੁਭਵੀਆਂ ਨੂੰ ਸ਼ਬਦ ਵੀ ਸੁਣਾਈ ਦਿੰਦਾ ਅਤੇ ਅਨੁਭਵੀਆਂ ਨੂੰ ਉਹ ਚੀਕ ਚਿਹਾੜਾ ਵੀ ਸੁਣਾਈ ਦਿੰਦਾ। ਉੱਥੇ ਮੱਚਦਾ ਹੋਇਆ ਸ਼ੋਰ ਵੀ ਸੁਣਾਈ ਦਿੰਦਾ। ਸੁਣਿਆ ਨਾ ਜਨਕ ਨੂੰ ਸ਼ੋਰ ਸੁਣਾਈ ਦਿੱਤਾ ਸੀ ਅਤੇ ਪੁੱਛਿਆ ਸੀ ਆਹ ਰੌਲਾ ਕਾਹਦਾ ਪੈਂਦਾ, ਸ਼ੋਰ ਕਾਹਦਾ ਹੈ? ਅਤੇ ਸੇਵਾ ਕਿਦਾਰਾਂ ਕਿਹਾ ਭਾਈ ਉਹਨੇ ਜਿਨ੍ਹਾਂ ਜੀਵਨ 'ਚ ਰਹਿੰਦਿਆਂ ਚੰਗੇ ਕੰਮ ਨਹੀਂ ਕੀਤੇ ਅਤੇ ਹੁਣ ਆਪਣੇ ਕੀਤੇ ਦਾ ਲੇਖਾ ਦੇਣਾ ਪੈ ਰਿਹਾ। ਅਤੇ ਜਦੋਂ ਲੇਖਾ ਦੇਣੇ ਕਿਨੇ ਪੜ੍ਹਦੇ ਨਾ, ਨਾਨਕ ਜੀਉ ਪਾਏ ਕੇ ਲਿਖ ਨਾਵੇ ਧਰਮ ਬਹਾਲਿਆ। ਉੱਥੇ ਸੱਚੇ ਹੀ ਸੱਚ ਨਿਬੜੇ, ਝੁਣ ਵੱਖ ਕੱਢੇ ਜਜਮਾਲਿਆ। ਫਿਰ ਥਾਉ ਨਾ ਪਾਉਂਦੀ ਕੁੜਿਆਰ ਮੂੰਹ ਕਾਲੇ ਦੋਜਕ ਚਾਲਿਆ। ਹੁਣ ਕਾਲੇ ਮੂੰਹ ਕਰਕੇ ਜੋ ਦੋਜਕ ਨੂੰ ਭੇਜਦੇ ਨੇ ਅਤੇ ਫਿਰ ਵਿਅਕਤੀ ਚੀਕਦਾ, ਤੜਪਦਾ, ਵਿਲਕਦਾ ਹੈ ਅਤੇ ਫਿਰ ਉੱਥੇ ਕੋਈ ਬਾਤ ਨਹੀਂ ਪੁੱਛਦਾ। ਫਿਰ ਮਾਰ ਮੂੰਹੇ ਮੂੰਹ ਖਾਏ, ਉਹ ਸ਼ੋਰ ਸ਼ਰਾਬਾ ਹੁੰਦਾ ਹੈ। ਦੂਜੇ ਪਾਸੇ ਉਸ 'ਤੇ ਗੂੰਜਦੇ ਹੋਏ ਸ਼ਬਦ ਦੀ ਧੁਨ ਵੀ ਹੈ, ਸਾਨੂੰ ਨਹੀਂ ਸੁਣਾਈ ਦਿੰਦੀ, ਭਗਤ ਸੁਣਦੇ ਨੇ ਅਤੇ ਅਨਹਦ ਧੁਨ ਗੂੰਜਦਾ ਹੈ। ਕਹਿਣ ਲੱਗੇ ਉੱਥੇ ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹ ਤੋਂ ਅੱਗੇ ਲੰਘ ਜਾਂਦੇ ਨੇ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜੋ ਮੱਥਨ ਮਧਾਣੀਆਂ ਤਿਉ ਮੱਥੇ ਧਰਮ ਰਾਏ। ਇਸੇ ਤਰ੍ਹਾਂ ਜਿਹੜੇ ਇੱਥੇ ਨਾਮ ਜਪਦੇ ਨੇ, ਬੰਦਗੀ ਕੀਤੀ, ਸੇਵਾ ਕੀਤੀ, ਉਹਨਾਂ 'ਚੋਂ ਵੀ ਜਾਂਦੇ ਜੀ। ਅਤੇ ਫਿਰ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ। ਮਹਾਰਾਜ ਤੁਸੀਂ ਆਏ, ਮੇਰਾ ਥਾਂ ਪਵਿੱਤਰ ਹੋ ਗਿਆ। ਉਹਨਾਂ ਲਈ ਮੁਕਤੀ ਦਾ ਦਰਵਾਜ਼ਾ ਖੁੱਲ੍ਹਾ ਪਿਆ। ਮਹਾਰਾਜ ਕਹਿਣ ਲੱਗੇ ਭਾਈ ਸੇਵਾ ਇੱਥੇ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਨੂੰ ਹੀ ਇਹ ਅੱਗੇ ਮੁਕਤੀ ਦਾ ਦਰਵਾਜ਼ਾ ਮਿਲਦਾ ਹੈ। ਇੱਥੇ ਮਾਣ ਸਨਮਾਨ ਅਤੇ ਵਡਿਆਈਆਂ ਮਿਲਦੀਆਂ ਨੇ। ਇੱਥੇ ਲੋਕ ਪੂਜਾ ਕਰਦੇ ਨੇ ਉਹਨਾਂ ਨੂੰ ਮਾਣ ਸਨਮਾਨ। ਆਹ ਜਿਨ੍ਹਾਂ ਦੇ ਪੂਜਾਵਾਂ ਕਰਦੇ ਹੋ ਆਖਣ ਜਪ ਕੀਤੇ ਨੇ, ਜਿਹਨਾਂ ਨੂੰ ਮਹਾਂਪੁਰਖ ਕਹਿ ਕੇ ਜਿਹਨਾਂ ਤਸਵੀਰਾਂ ਦੀਵਾਰਾਂ 'ਤੇ ਟੰਗੀ ਬੈਠੇ ਆ, ਇਹਨਾਂ ਮਿਹਨਤਾਂ ਮਸ਼ੱਕਤਾਂ ਕੀਤੀਆਂ ਨੇ। ਸਾਡੇ ਵਾਂਗ ਵਿਹਲੀਆਂ ਨਹੀਂ ਖਾਧੀਆਂ। ਵਿਹਲਿਆਂ ਖਾਣ ਨੂੰ ਕੋਈ ਨਹੀਂ ਜੇ ਪੁੱਛਦਾ ਕਦੋਂ ਆਏ ਅਤੇ ਕਦੋਂ ਜਨਮੇ ਅਤੇ ਕਦੋਂ ਮਰ ਗਏ। ਸਿਰਫ ਉਹਨਾਂ ਦੀ ਹੀ ਸਤਿਕਾਰ ਸਨਮਾਨ ਹੁੰਦਾ ਜਿਹੜੇ ਮਸ਼ੱਕਤ ਕਰਦੇ ਨੇ। ਆਹ ਹੁਣੇ ਸ਼ਲੋਕ ਸੁਣਿਆ ਨਾ, ਗਏ ਮਸ਼ੱਕਤ ਘਾਲ। ਜਿਹੜੇ ਮਸ਼ੱਕਤ ਕਰਕੇ ਇੱਥੋਂ ਗਏ ਨੇ ਉਹਨਾਂ ਦਾ ਨਾਮ ਚਰਚਾ 'ਚ ਰਹਿੰਦਾ ਹੈ। ਮਹਾਰਾਜ ਕਹਿਣ ਲੱਗੇ
ਐਥੇ ਮਿਲਣ ਵਡਿਆਈਆਂ ਦਰਗਾਹ ਮੁਖ ਦੁਆਰ। ਮਹਾਰਾਜ ਕੀ ਕਰੀਏ ਸੱਚੇ ਪਾਤਸ਼ਾਹ, ਫਿਰ ਸੇਵਾ ਵਾਸਤੇ ਕਰਨਾ ਕੀ ਚਾਹੀਦਾ ਹੈ? ਮਹਾਰਾਜ ਕਿਲਗ ਸੁਣੋ, ਫਿਰ ਕੀ ਕਰਨਾ ਚਾਹੀਦਾ ਸੇਵਾ ਵਾਸਤੇ? ਜ਼ਰੂਰੀ ਨਹੀਂ ਕਿ ਕਿਤੇ ਪਾਣੀ ਪਿਲਾਉਣਾ ਤੇ ਪਤਾ ਲੱਗਾ ਉੱਥੇ ਤੇ ਮੋਟਰਾਂ ਲੱਗੀਆਂ ਨੇ। ਹੁਣ ਖੂਹਾਂ 'ਚੋਂ ਪਾਣੀ, ਦਰਿਆਵਾਂ 'ਚੋਂ ਪਾਣੀ ਤੇ ਲਿਆਉਣਾ ਨਹੀਂ। ਹੁਣ ਤਾਂ ਇੱਕ ਬਟਨ ਦੱਬਦੇ ਤੇ ਪਾਣੀ ਓ ਪਾਣੀ ਆ। ਹੁਣ ਤੇ ਪੱਖੇ ਝਲਣੇ ਨਹੀਂ, ਹੁਣ ਤੇ ਏਸੀ ਕੰਮ ਕਰਦਾ। ਪਰ ਕੀ ਕਹਿਣ ਲੱਗੇ, ਸੱਚੀ ਕਾਰ ਕਮਾਵਣੀ। ਜੋ ਵੀ ਕਾਰ ਵਿਹਾਰ ਤੁਹਾਨੂੰ ਮਿਲਿਆ ਹੈ ਉਸ ਨੂੰ ਸੱਚੇ ਸੁੱਚੇ ਹੋ ਕੇ ਕਰਨਾ। ਤੇ ਹਰ ਇੱਕ ਜੀ ਨੂੰ ਕੋਈ ਨਾ ਕੋਈ ਕਾਰ ਵਿਹਾਰ ਤੇ ਮਿਲਿਆ ਨਾ, ਕੋਈ ਨਾ ਕੋਈ ਕਿਰਤਕਾਰ ਤੇ ਮਿਲੇ ਨਾ, ਕੋਈ ਨਾ ਕੋਈ ਡਿਊਟੀ ਤੇ ਹਰ ਇੱਕ ਵਿਅਕਤੀ ਕੋ ਹੈ ਨਾ। ਐਸਾ ਤੇ ਕੋਈ ਨਹੀਂ ਸਾਡੇ ਚੋਂ ਵੀ ਜਿਹਦਾ ਕੋਈ ਕੰਮ ਹੀ ਕੋਈ ਨਹੀਂ। ਕੁਛ ਵੀ ਤੇ ਕਰਦੇ ਹੋ ਨਾ, ਉਹਨੂੰ ਸੱਚੇ ਹੋ ਕੇ ਕਰਨਾ। ਸੱਚੀ ਕਾਰ ਕਮਾਵਣੀ, ਕਾਰ ਵਿਹਾਰ ਸੱਚਾ ਕਰਨਾ। ਫਿਰ ਨਤੀਜਾ ਕੀ? ਸੱਚ ਪਹਿਨਣ ਤੇ ਸੱਚ ਦਾ ਪਰਦਾ ਰੱਖਣਾ। ਅਸੀਂ ਝੂਠ ਦਾ ਪਰਦਾ ਪਾਉਂਦੇ ਹਾਂ। ਅਕਸਰ ਅਸੀਂ ਜੀ ਆਪਣੇ ਕੀਤੇ ਕਰਮਾਂ ਨੂੰ ਛੁਪਾਉਣ ਵਾਸਤੇ ਕੀ ਕਰਦੇ ਆ? ਝੂਠ ਦਾ ਪਰਦਾ ਪਾ ਦਿੰਦੇ ਹਾਂ। ਤੇ ਝੂਠ ਦਾ ਪਰਦਾ ਕਿੰਨਾ ਕੁ ਚਿਰ ਹੰਡੇਗਾ? ਸਿਆਣੇ ਕਹਿੰਦੇ ਨਾ, ਇੱਕ ਝੂਠ ਬੋਲਿਆ ਤੇ ਫਿਰ 100 ਝੂਠ ਹੋਰ ਬੋਲਣਾ ਪੈਂਦਾ। ਇਸ ਕਰਕੇ ਸੱਚ ਪਹਿਨਣ ਦਾ ਮਤਲਬ ਹੈ ਸੱਚ ਦਾ ਪਰਦਾ। ਤੇ ਸੱਚ ਨੂੰ ਛੁਪਾਉਣਾ ਹੀ ਨਹੀਂ ਪੈਂਦਾ, ਸੱਚ ਨੂੰ ਪਰਦਾ ਪਾਉਣਾ ਹੀ ਨਹੀਂ ਪੈਂਦਾ। ਸੱਚ ਦਾ ਹੀ ਲਿਬਾਸ ਹੋ ਜਾਏ, ਸੱਚ ਲਿਬਾਸ ਹੋ ਜਾਏ। ਭਾਵ ਜੋ ਹੈ ਜੈਸਾ ਹੈ ਭਾਈ ਐਸਾ ਹੀ ਹੈ, ਸੱਚੋ ਸੱਚ ਹੈ। ਸੱਚੀ ਕਾਰ ਕਮਾਵਣੀ, ਸੱਚ ਪਹਿਨਣ, ਸੱਚ ਨਾਮ ਆਧਾਰ। ਤੇ ਆਧਾਰ ਹੀ ਜਦ ਸੱਚ ਦਾ ਹੋਏਗਾ, ਵਾਹਿਗੁਰੂ ਜੀ ਦੇ ਨਾਮ ਦਾ ਹੋਏਗਾ, ਤੇ ਸਾਨੂੰ ਕੁਝ ਛੁਪਾਉਣਾ ਹੀ ਨਹੀਂ ਪਏਗਾ, ਸਾਨੂੰ ਕਿਸੇ ਤੋਂ ਕੁਝ ਲੁਕਾਉਣਾ ਹੀ ਨਹੀਂ ਪਏਗਾ। ਲੁਕਾਉਣਾ ਤੇ ਤਾਂ ਪਏਗਾ ਨਾ ਜੇ ਅਸੀਂ ਝੂਠੀ ਕਿਰਤ ਕੀਤੀ ਹੈ, ਕਿਤੇ ਝੂਠ ਬੋਲਿਆ। ਸਿਆਣੇ ਮੰਨਦੇ ਜਿਸ ਕਰਮ ਨੂੰ ਕਰਕੇ ਤੁਹਾਨੂੰ ਆਪਣੇ ਮਾਪਿਆਂ ਤੋਂ ਛੁਪਾਉਣਾ ਪੈਂਦਾ ਉਹ ਪਾਪ ਕਰਮ ਹੋ ਸਕਦਾ ਜੇ। ਜਿਸ ਕਰਮ ਨੂੰ ਕਰਕੇ ਤੁਹਾਨੂੰ ਆਪਣੇ ਸਪਾਊਸ ਤੋਂ, ਆਪਣੇ ਭੈਣ ਭਰਾਵਾਂ ਤੋਂ ਛੁਪਾਉਣਾ ਪੈਂਦਾ ਉਹ ਕਰਮ ਪਾਪ ਕਰਮ ਹੋ ਸਕਦਾ ਹੈ। ਜਿਸ ਕਰਮ ਨੂੰ ਕਰਕੇ ਤੁਹਾਨੂੰ ਆਪਣੇ ਸੰਤਾਨ ਤੋਂ ਛੁਪਾਉਣਾ ਪੈ ਰਿਹਾ ਉਹ ਕਰਮ ਮਾੜਾ ਪਾਪ ਕਰਮ ਹੋ ਸਕਦਾ ਹੈ। ਜਿਹੜਾ ਕਰਮ ਆਪਣੇ ਮਾਪਿਆਂ ਤੋਂ ਛੁਪਾਉਣ ਦੀ ਜ਼ਰੂਰਤ ਨਹੀਂ ਪੈਂਦੀ, ਜਿਸ ਕਰਮ ਨੂੰ ਕਰਕੇ ਆਪਣੇ ਹਾਣ ਦੇ ਭੈਣ ਭਰਾ ਤੇ ਸਪਾਊਸ ਤੋਂ ਛੁਪਾਉਣ ਦੀ ਜ਼ਰੂਰਤ ਨਹੀਂ ਪੈਂਦੀ, ਤੇ ਜਿਸ ਨੂੰ ਫਖਰ ਨਾਲ ਤੁਸੀਂ ਆਪਣੇ ਬੱਚੇ ਨੂੰ ਦੱਸ ਸਕੋ, ਉਹ ਭਾਵੇਂ ਬਹੁਤ ਵੱਡਾ ਹੋਵੇ ਤੇ ਭਾਵੇਂ ਬਹੁਤ ਛੋਟਾ ਹੋਵੇ, ਉਹ ਸੱਚਾ ਕਰਮ ਜੇ। ਕਮ ਸੇ ਕਮ ਤੁਸੀਂ ਸੁਰਖਰੂ ਜੇ ਆਪਣੇ ਮਾਪਿਆਂ ਦੇ ਸਾਹਮਣੇ, ਆਪਣੇ ਬਰਾਬਰਦਿਆਂ ਦੇ ਸਾਹਮਣੇ, ਆਪਣੇ ਬੱਚੇ। ਤੇ ਜੇ ਇਹਨਾਂ ਤਿੰਨਾਂ ਪੱਧਰਾਂ ਤੇ ਤੁਸੀਂ ਸੁਰਖਰੂ ਜੇ, ਤੇ ਤੁਸੀਂ ਇੱਥੇ ਹੀ ਆ ਕੇ ਸੁਰਖਰੂ ਹੋ ਸਕਦੇ ਹੋ। ਤੇ ਜੇ ਇੱਥੇ ਸੁਰਖਰੂ ਹੋਣਾ ਚਾਹੁੰਦੇ ਤੇ ਨਾ ਤਿੰਨਾਂ ਤੋਂ ਸੁਰਖਰੂ ਹੋਣਾ ਪੈਣਾ। ਐਸਾ ਤੇ ਨਹੀਂ ਨਾ ਅਸੀਂ ਮਾਪਿਆਂ ਨੂੰ ਝੂਠ ਬੋਲ ਕੇ ਇੱਥੇ ਸੱਚ ਬੋਲਾਂਗੇ, ਐਸਾ ਨਹੀਂ ਹੈ। ਕਹਿੰਦੇ ਕਿ ਸੱਚ ਨਾਮ ਆਧਾਰ ਹੋਵੇ। ਇਹ ਕਿੱਥੋਂ ਮਿਲੇਗਾ? ਕਹਿੰਦੇ ਕਿ ਸੱਚੀ ਸੰਗਤ, ਸੱਚੀ ਸੰਗਤ 'ਚੋਂ ਇਹ ਬਲ ਮਿਲਦਾ ਹੈ। ਇੱਥੋਂ ਸੱਚ ਪ੍ਰਾਪਤ ਹੁੰਦਾ ਹੈ, ਸੱਚ ਮਿਲਾ ਹੈ, ਸੱਚੇ ਨਾਮ ਪਿਆਰ। ਸੱਚੀ ਸੰਗਤ ਵਿੱਚ ਆਵਾਂਗੇ, ਇੱਥੋਂ ਬਲ ਮਿਲੇਗਾ, ਵਾਹਿਗੁਰੂ ਜੀ ਦੇ ਨਾਮ ਦਾ ਪਿਆਰ ਮਿਲੇਗਾ। ਫਿਰ ਸੱਚੇ ਸ਼ਬਦ, ਸੱਚੇ ਵਾਹਿਗੁਰੂ ਦੇ ਸ਼ਬਦ ਦੇ ਸਦਕੇ ਹਰਖ ਸਦਾ ਜ਼ਿੰਦਗੀ 'ਚ ਖੁਸ਼ੀਆਂ ਬੜੀਆਂ ਰਹਿਣਗੀਆਂ। ਤੇ ਦਰ ਸੱਚਾ ਸੱਚਿਆਰ, ਉਹੀ ਜੀ ਜਿਹੜੇ ਇੱਥੇ ਸੱਚੇ ਨੇ ਦਰਗਾਹ ਵਿੱਚ ਵੀ ਉਹੀ ਸੱਚੇ ਹੋਣਗੇ। ਜੋ ਸੱਚੇ ਹੋ ਜਾਂਦੇ ਨੇ ਉਹੀ ਸੱਚਿਆਰ ਹੁੰਦੇ ਨੇ। ਇਸ ਕਰਕੇ ਕੀ ਕਰੀਏ? ਨਾਨਕ ਸਤਿਗੁਰ ਕੀ ਸੇਵਾ ਚਾਕਰੀ ਸੋ ਕਰੈ। ਪਤਾ ਕੌਣ ਕਰਦਾ ਹੈ? ਜਿਸ ਨੂੰ ਨਦਰ ਕਰੇ ਕਰਤਾਰ। ਤੇ ਜੋ ਸੱਚੇ ਕਰਮ ਕਰਦਾ ਹੈ ਉਹ ਤੇ ਕਰਤਾ ਨਦਰ ਕਰਤਾ। ਗੁਰਦੇਵ ਕਿਰਪਾ ਕਰਨ ਸਾਡੇ ਤੇ ਨਦਰ ਹੋ ਸਕੇ, ਅਸੀਂ ਕੁਝ ਸੇਵਾ ਕਰ ਸਕੀਏ, ਸੱਚ ਆਧਾਰਿਤ ਹੋ ਸਕੀ। ਤੈਨੂੰ ਬਚਨ ਪ੍ਰਵਾਨ ਕਰਨਾ, ਭੁੱਲ ਚੁੱਕ ਦੀ ਖਿਮਾ, ਆਸੀਸ ਤੇ ਪਿਆਰ ਦਿੰਦੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।